हथ विच होवे तां शिंगार हुंदी है, जे सर ते चढ़ जावे तां हंकार हुंदी है, जे दिल च वस जावे तां प्यार हुंदी है। सत श्री अकाल जी, तुहाडा सारिਆਂ ਦਾ स्वागत है ते असीं हर रोज़ की तरह हाजिर हाँ। मैं हाँ हरप्रीत कौर ते साडे नाल ने हर वार की तरह लहल सिंह जी। लहल सिंह जी नहीं, मैं निरंजन सिंह लहल। ओहो सर जी, थोड़ा नाम ही इस तरह का मैनूं याद अरे ही नहीं तुसीं रहंदा। मेरे नाम नूं पक्याई नहीं कीती, अभ्यास करया करो। अच्छा जी, मेरे नाम दा अभ्यास करना। निरंजन सिंह लहल या NS लहल। लहल 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 हाँ, ये ठीक है। साडी ते सब कास्ट सानू है। ਅਸੀਂ सत श्री अकाल करते हैं जी लहल जी। ਬੱਲੇ ਬਹੁਤ ਵਧੀਆ ਜੀ, ਖੁਸ਼ੀ ਹੈ ਕਿ ਸਤਿ ਸ੍ਰੀ ਅਕਾਲ ਤੇ ਮੇਰੇ ਵੱਲੋਂ ਵੀ ਤੁਹਾਨੂੰ, हाँ जी ਕਿਉਂਕਿ ਤੁਸੀਂ ਵੀ ਸਾਡੇ ਇੱਕ ਚੰਗੇ ਹੋਸਟ ਹੋ। हाँ जी ਬਹੁਤ ਵਧੀਆ ਬਖੂਬੀ ਨਾਲ ਜਿਹੜੀ ਆਪਣੀਆਂ ਉਹ ਹੋਸਟ ਦੀ ਜ਼ਿੰਮੇਵਾਰੀ ਨਿਭਾਉਂਦੇ ਹੋ। जी ਔਰ ਅੱਜ ਚਿਹਰੇ ਤੋਂ ਵੀ ਬੜੀ ਖੁਸ਼ੀ ਜਿਹੜੀ ਝਲਕ ਰਹੀ ਹੈ। हाँ जी ਔਰ ਰੰਗ ਵੀ ਬਹੁਤ ਵਧੀਆ ਜਿਹੜਾ ਚੁੰਨੀ ਦਾ ਤੁਸੀਂ ਲਿਆ ਹੋਇਆ, थैंक यू ਔਰ ਇਹ ਖੁਸ਼ੀਆਂ ਦਾ ਜਿਹੜਾ ਉਹ ਜਿਹੜਾ ਪ੍ਰਗਟਾਵਾ ਕਰਦਾ ਹੈ। ਤੇ ਤੁਹਾਡੀਆਂ ਸਿਹਤਾਂ ਕਿਵੇਂ ਨੇ? ਸਿਹਤ ਬਿਲਕੁਲ ਠੀਕ ਹੈ, ਇਹ ਵਾਹਿਗੁਰੂ ਦੀ ਕਿਰਪਾ ਹੈ ਕਿ ਬਹੁਤ ਵਧੀਆ ਚੜ੍ਹਦੀ ਕਲਾ 'ਚ ਹਾਂ। ਸੋ ਇਸੇ ਤਰ੍ਹਾਂ ਹੀ ਪ੍ਰਮਾਤਮਾ ਜਿੱਥੇ ਸਾਨੂੰ ਉੱਥੇ ਸਾਰੇ ਸੰਸਾਰ ਨੂੰ, ਦੁਨੀਆ ਦੇ ਲੋਕਾਂ ਨੂੰ ਇਹ ਪ੍ਰਮਾਤਮਾ ਜਿਹੜੀ ਆ ਉਹ ਸਿਹਤ ਬਖਸ਼ੇ। ਤੇ ਜਿਹੜੀ ਅੱਜ ਦੀ ਬਿਮਾਰੀ ਹੈ, ਜਿਵੇਂ ਕਰੋਨਾ ਫੈਲਿਆ ਹੋਇਆ ਦੁਨੀਆ ਪੱਧਰ ਦੇ ਉੱਤੇ, ਤੇ ਸਭ ਤੋਂ ਜ਼ਿਆਦਾ ਇਸ ਵੇਲੇ ਭਾਰਤ ਜਿਹੜਾ ਉਹ ਉਹਦੇ ਮਤਲਬ ਕੰਟਰੋਲ 'ਚ ਹੈ, ਤੇ ਭਾਰਤ ਉਹਦੀ ਗ੍ਰਿਫਤ 'ਚ ਆ ਚੁੱਕਾ ਹੈ। ਜੀ ਸੋ ਅਸੀਂ ਤਾਂ, ਕਿਉਂਕਿ ਸਾਰੇ ਯਤਨ ਮਨੁੱਖ ਕਰਦਾ ਹੈ, ਤੇ ਉਸ ਯਤਨਾਂ ਦੇ ਨਾਲ ਨਾਲ ਜੇ ਪ੍ਰਮਾਤਮਾ ਵੀ ਉਹਨਾਂ ਨੂੰ ਹੋਰ ਸ਼ਕਤੀ ਤੇ ਤਾਕਤ ਬਖਸ਼ੇ ਤੇ ਜਲਦੀ ਹੀ ਜਿਹੜੀ ਪਹਿਲੀ ਸਾਡੀ ਜ਼ਿੰਦਗੀ ਸੀ ਜਿਵੇਂ ਜੀ ਰਹੇ ਸੀ ਉਹ ਫਿਰ ਵਾਪਸ ਆ ਜੇ। ਇਹ ਅਰਦਾਸ ਜਿਹੜੀ ਆ ਸਵੇਰੇ ਉੱਠ ਕੇ ਪਹਿਲਾਂ ਕਰਦੇ ਆ ਵੀ ਇਹ ਦਾਤਿਆ ਜਿੱਥੇ ਸਾਨੂੰ ਤੂੰ ਤੰਦਰੁਸਤੀ ਬਖਸ਼ੀ ਹੈ, ਉੱਥੇ ਸਾਰੇ ਸੰਸਾਰ ਨੂੰ, ਸਾਰੇ ਲੋਕਾਂ ਨੂੰ ਇਹ ਜਿਹੜੀ ਤੰਦਰੁਸਤੀ ਬਖਸ਼, ਤੇ ਜਿਹੜੀ ਇਹ ਕਰੋਨਾ ਦੀ ਮਹਾਮਾਰੀ ਹੈ ਇਹਦੇ ਤੋਂ ਆਪਣੀ ਮਨੁੱਖਤਾ ਨੂੰ ਜਿਹੜੀ ਤੂੰ ਬਣਾਈ ਹੈ, ਇਹਨੂੰ ਜਿਹੜੀ ਆ ਉਹ ਜਿਹੜੀ ਤਾਕਤ ਬਖਸ਼ ਵੀ ਇਹ ਉਸ ਕਰੋਨਾ ਦੀ ਬਿਮਾਰੀ ਤੋਂ ਬਾਹਰ ਆਉਣ ਤੇ ਕਰੋਨਾ ਖਤਮ ਹੋਵੇ। ਜੀ ਅਸੀਂ ਵੀ ਅਰਦਾਸ ਕਰਦੇ ਹਾਂ ਕਿ ਤੁਹਾਡੀਆਂ ਸਿਹਤਾਂ ਵਧੀਆ ਰਹਿਣ ਜੀ। ਤੇ ਆਪਾਂ ਡੇਲੀ ਇਸੇ ਤਰ੍ਹਾਂ ਸ਼ੋਅ ਕਰਦੇ ਰਹੀਏ। ਬਿਲਕੁਲ ਜੀ ਬਿਲਕੁਲ, ਇਹ ਜ਼ਰੂਰੀ ਹੈ ਕਿਉਂਕਿ ਬਹੁਤ ਦਰਸ਼ਕ ਜਿਹੜੇ ਨੇ, ਜਿਹੜੇ ਚੈਨਲ ਸਾਡਾ ਦੇਖਦੇ ਨੇ, ਉਹ ਇਸ ਆਸ ਉਮੀਦ ਨਾਲ ਸਾਡੀ ਜਿਹੜੀ ਇੰਤਜ਼ਾਰ ਕਰਦੇ ਨੇ ਕਿ ਅਸੀਂ ਨਵਾਂ ਕੋਈ ਨਾ ਕੋਈ ਜਿਹੜਾ ਵਿਸ਼ਾ ਰੋਜ਼ ਹੀ ਜ਼ਰੂਰ ਲੈ ਕੇ ਆਉਂਦੇ ਆ, ਉਹ ਲੈ ਕੇ ਆਉਂਦੇ ਆ ਤੇ ਉਹਦੇ ਉੱਤੇ ਜਿਹੜੀ ਆ ਪੜਚੋਲ ਕਰਦੇ ਆ। ਪੜਚੋਲ ਕਰਦੇ ਆ। ਸਾਡੀ ਇਸ ਪੜਚੋਲ ਦੀ ਅੱਜ ਦਾ ਜਿਹੜਾ ਵਿਸ਼ਾ ਹੈ ਉਹ ਹੁਣ ਹਰਪ੍ਰੀਤ ਜੀ ਤੁਸੀਂ ਦੱਸੋ ਵੀ ਅਸੀਂ ਕਿਸ ਇਸ਼ੂ ਦੇ ਉੱਤੇ, ਕਿਸ ਵਿਸ਼ੇ ਦੇ ਉੱਤੇ ਜਿਹੜੀ ਆਪਣੇ ਦਰਸ਼ਕਾਂ ਨਾਲ ਜਿਹੜੀ ਆਮੋ ਸਾਹਮਣੇ ਉਹ ਜਿਹੜੀ ਪੜਚੋਲ ਕਰਨ ਜਾ ਰਹੇ ਹਾਂ। ਜੀ ਜਿਵੇਂ ਮੈਂ ਹੁਣ ਓਪਨਿੰਗ ਕੀਤੀ ਸੀ, ਮੈਂ ਕਿਹਾ ਕਿਤਾਬਾਂ ਬਾਰੇ, ਜੀ ਜੀ ਜੀ, ਆਪਾਂ ਉਹਨਾਂ ਦਾ ਵਿਚਾਰ ਕਰਨਾ ਸਾਰਾ। ਓਕੇ ਆਪਾਂ ਚਰਚਾ ਕਰਾਂਗੇ ਉਹਦੇ ਬਾਰੇ। ਜੀ, ਤੁਸੀਂ ਜੀ। ਸਾਨੂੰ ਦੱਸੋ ਵੀ ਕਿੰਨਾ ਕੁ ਮਹੱਤਵਪੂਰਨ ਹੈ ਕਿਤਾਬਾਂ ਸਾਡੇ ਲਈ ਪੜ੍ਹਨਾ, ਵੀ ਸਾਨੂੰ ਕਿਤਾਬਾਂ ਕਿਉਂ ਪੜ੍ਹਨੀਆਂ ਚਾਹੀਦੀਆਂ ਨੇ। ਇਹਦਾ ਮਤਲਬ ਤੁਹਾਡਾ ਕਹਿਣ ਦਾ ਭਾਵ ਹੈ ਵੀ ਜਿਹੜੀਆਂ ਸਾਡੀਆਂ ਕਿਤਾਬਾਂ ਜਾਂ ਪੁਸਤਕਾਂ ਸਾਡੀ ਨੇ ਜ਼ਿੰਦਗੀ 'ਚ ਕਿੰਨੀਆਂ ਕੁ ਮਹੱਤਵਪੂਰਨ ਇਹ ਰੱਖਦੀਆਂ ਸਾਡੀ ਨੇ ਜ਼ਿੰਦਗੀ ਕਿਤਾਬਾਂ? 'ਚ ਕੀ ਰੋਲ ਅਦਾ ਕਰਦੀਆਂ ਕੀ ਨੇ? ਰੋਲ ਅਦਾ ਕਰਦੀਆਂ ਨੇ? ਜੀ ਇਹ ਸਾਡੀਆਂ ਕਿਤਾਬਾਂ ਜਿਹੜੀਆਂ ਸਾਡਾ ਉਹ ਕਿੱਥੋਂ ਦਾ ਮਾਰਗਦਰਸ਼ਨ ਕਿੰਨਾ ਕਰਦੀਆਂ? ਜੀ ਪਹਿਲੀ ਗੱਲ ਤਾਂ ਹਰਪ੍ਰੀਤ ਜੀ ਇਹ ਹੈ ਵੀ ਕਿਤਾਬਾਂ ਜਿਹੜੀਆਂ ਨੇ ਨਾ ਉਹ ਬਹੁਤ ਵੱਡਾ ਜਿਹੜਾ ਰੋਲ ਅਦਾ ਕਰਦੀਆਂ। ਤੁਸੀਂ ਆਪ ਹੀ ਸ਼ਬਦ ਬੋਲੇ ਸੀ ਵੀ ਜੇ ਜਿਹੜੀ ਪੁਸਤਕ ਹੈ ਜੀ ਤੁਹਾਡੇ ਮਤਲਬ ਹੱਥ 'ਚ ਹੈ ਤੇ ਉਹ ਜਿਹੜੀ ਆ ਉਹ ਸ਼ਿੰਗਾਰ ਹੈ। ਫਿਰ ਤੁਸੀਂ ਇਹ ਵੀ ਗੱਲ ਕਹੀ ਹੈ ਵੀ ਜੇ ਇਹ ਪੁਸਤਕ ਤੁਹਾਡੇ ਦਿਮਾਗ ਤੇ ਚੜ ਜੇ, ਹੈਵੀ ਹੋ ਜੇ ਤਾਂ ਤੇ ਫਿਰ ਉਹ ਇਹ ਹੰਕਾਰ ਹੈ, ਹੰਕਾਰ। ਤੇ ਜੇ ਪੁਸਤਕ ਦੇ ਦਿਲ 'ਚ ਵਸ ਜੇ ਇਹ ਪਿਆਰ ਹੁੰਦੀ ਹੈ। ਉਹ ਪਿਆਰ ਹੁੰਦੀ ਹੈ। ਬਿਲਕੁਲ ਇਹ ਕਥਨ ਬਹੁਤ ਸਾਰਥਕ ਨੇ। ਜੀ ਠੀਕ ਹੈ ਜੀ, ਕਿਉਂਕਿ ਪੁਸਤਕ ਇੱਕ ਇਹੋ ਜਿਹਾ ਸਾਡਾ ਉਹ ਸਾਥੀ ਹੈ ਜਿਹੜਾ ਸਾਡੇ ਦੁੱਖ ਸੁੱਖ ਦੇ ਅੰਦਰ ਸਾਡੇ ਨਾਲ ਸਾਥ ਦਿੰਦਾ ਹੈ। ਤੇ ਪੁਸਤਕਾਂ ਹੀ ਹੈ ਸਾਡੀ ਜਿਹੜੀ ਜੀਵਨ ਨੂੰ ਉਹ ਇੱਕ ਚੰਗਾ ਜਿਹੜਾ ਉਹ ਆਧਾਰ ਜਿਹੜਾ ਪੈਦਾ ਕਰਦੀਆਂ। ਠੀਕ ਹੈ ਜੀ, ਜੀ ਤੇ ਬਿਲਕੁਲ। ਪੁਸਤਕਾਂ ਕਿਤਾਬਾਂ ਦਾ ਜਿਹੜਾ ਸਾਡੇ ਜੀਵਨ 'ਚ ਬਹੁਤ ਅਹਿਮ ਬਹੁਤ ਅਹਿਮ ਜਿਹੜਾ ਰੋਲ ਮਹੱਤਤਾ ਹੈ ਉਹਨਾਂ ਦੀ, ਉਹ ਰੋਲ ਅਦਾ ਕਰਦੀਆਂ ਨੇ। ਜੀ ਪੁਸਤਕਾਂ ਪੜ੍ਹ ਕੇ ਬੰਦੇ ਨੂੰ ਜੀਵਨ ਦੀਆਂ ਜਿਹੜੀਆਂ ਜੀਵਨ ਦੇ ਕਈ ਬਦਲਾਅ ਆਉਂਦੇ ਨੇ। ਬਦਲਾਅ ਆਉਂਦੇ ਨੇ, ਕਠਿਨਾਈਆਂ ਜਿਹੜੀਆਂ ਉਹਨਾਂ ਦੀ ਜ਼ਿੰਦਗੀ 'ਚ ਹੁੰਦੀਆਂ ਨੇ ਉਹਨਾਂ ਨੂੰ ਉਹਨਾਂ ਦਾ ਸਾਹਮਣਾ ਕਰਨ ਦੀ ਹਿੰਮਤ ਆਉਂਦੀ ਹੈ। ਜੀ, ਜੇ ਪੁਸਤਕਾਂ ਨਾ ਹੁੰਦੀਆਂ ਤੇ ਕਦੇ ਵੀ ਇਹ ਜਿਹੜੇ ਇਨਸਾਨ ਹੈ ਜਿਹੜੇ ਸਕਸੈਸਫੁਲ ਜ਼ਿੰਦਗੀ 'ਚ ਹੋਏ ਨੇ ਉਹ ਸਾਰੇ ਕਿਤਾਬਾਂ ਰਾਹੀਂ ਪੜ੍ਹ ਲਿਖ ਕੇ ਸਕਸੈਸ ਹੋਏ ਨੇ। ਕਿਉਂਕਿ ਆਪਾਂ ਜਦੋਂ
ਛੋਟੇ ਹੁੰਦੇ ਆ ਨਾ, ਜਦੋਂ ਜਨਮ ਲੈਂਦੇ ਮਾਂ ਦੇ ਪੇਟ ਤੋਂ, ਹਾਂਜੀ, ਤੇ ਸਭ ਤੋਂ ਪਹਿਲੀ ਸਾਡੀ ਜਿਹੜੀ ਆ ਪੁਸਤਕ ਹੈ ਉਹ ਸਾਡੀ ਮਾਂ ਹੁੰਦੀ ਹੈ ਜੀ। ਉਹ ਸਾਡੀ ਮਾਂ ਸਾਨੂੰ ਇਹ ਸਾਰਾ ਕੁਝ ਸਿਖਾਉਂਦੀ ਹੈ, ਖਾਣਾ ਪੀਣਾ ਬੋਲਣਾ, ਤੋਤਲਾ ਹੀ ਭਾਵੇਂ ਬੁਲਾਉਂਦੀ ਹੈ, ਬਿਲਕੁਲ। ਉਹ ਸਾਨੂੰ ਪਰੀ ਕਹਾਣੀਆਂ ਇਹ ਸਾਰਾ ਕੁਝ ਦਾ ਗਿਆਨ ਜਿਹੜਾ ਉਹ ਸਾਡੀ ਮਾਂ ਤੋਂ ਸਾਨੂੰ ਮਿਲਦਾ, ਸਾਡੇ ਬਾਪ ਤੋਂ ਮਿਲਦਾ, ਬਿਲਕੁਲ, ਕਿਉਂਕਿ ਉਹ ਵੀ ਉਸ ਘਟਨਾ ਚੋਂ ਲੰਘੇ ਹੁੰਦੇ ਨੇ ਜੀ। ਸਾਰੀ ਜ਼ਿੰਦਗੀ 'ਚ ਉਹਨਾਂ ਦਾ ਤਜਰਬਾ ਹੁੰਦਾ, ਤੇ ਉਹ ਆਪਣਾ ਤਜਰਬਾ ਜਿਹੜਾ ਆਪਣੇ ਬੱਚੇ ਨੂੰ ਗ੍ਰਹਿਣ ਕਰਾਉਂਦੀਆਂ ਨੇ। ਉਸ ਤੋਂ ਬਾਅਦ ਬੱਚਾ ਸਕੂਲ ਦੇ ਰਸਤੇ ਜਿਹੜਾ ਪੈਂਦਾ, ਸਕੂਲ ਦੇ ਅੰਦਰ ਜਾ ਕੇ ਉਹ ਫਿਰ ਕਿਤਾਬਾਂ ਦੇ ਰਾਹੀਂ, ਅਧਿਆਪਕਾਂ ਦੇ ਨਿਗਰਾਨੀ ਹੇਠ ਉਹ ਕਿਤਾਬਾਂ ਦੇ ਰਾਹੀਂ ਫਿਰ ਗਿਆਨ ਹਾਸਲ ਕਰਦਾ। ਜਿਹੜਾ ਗਿਆਨ ਉਹਨੂੰ ਘਰ ਚੋਂ ਮਿਲਿਆ ਹੁੰਦਾ, ਮਾਂ-ਬਾਪ ਤੋਂ, ਉਹ ਇੱਕ ਸੀਮਤ ਗਿਆਨ ਹੁੰਦਾ, ਉਹ ਘਰ ਦੇ ਵਿਹੜੇ ਤੱਕ, ਚਾਚਿਆਂ ਤਾਇਆਂ ਤੱਕ ਹੀ ਹੁੰਦਾ, ਔਰ ਉਹ ਵੀ ਅਧੂਰਾ ਹੁੰਦਾ। ਉਸ ਤੋਂ ਬਾਅਦ ਜਿਹੜਾ ਸਕੂਲ ਉਸ ਤੋਂ ਬਾਅਦ ਦੁਨੀਆ ਦਾ ਜਿਹੜਾ ਸਾਰਾ ਗਿਆਨ ਹੈ, ਆਲੇ ਦੁਆਲੇ ਦਾ ਗਿਆਨ, ਉਹ ਤੁਹਾਨੂੰ ਪੁਸਤਕਾਂ ਦਿੰਦੀਆਂ ਨੇ। ਫਿਰ ਪੁਸਤਕਾਂ ਜਿਹੜੀਆਂ ਤੁਹਾਡਾ ਇੰਨਾ ਜ਼ਿਆਦਾ ਸਾਥ ਨਿਭਾਉਂਦੀਆਂ ਨੇ ਵੀ ਤੁਸੀਂ ਉਸ ਸਹਾਰੇ ਦੇ ਨਾਲ ਦੁਨੀਆ ਦੀ ਹਰ ਮੰਜ਼ਿਲ ਤੈਅ ਕਰ ਸਕਦੇ ਹੋ। ਬਿਲਕੁਲ। ਹਰ ਔਕੜ ਜਿਹੜੀ ਹੈ ਉਹ ਤੁਹਾਡੀ ਸਖਾਲੀ ਹੋ ਜਾਂਦੀ ਹੈ। ਕਦੇ ਉਦਾਸ ਬੈਠੇ ਹੋ, ਹਨਾ, ਦਿਲ ਨਹੀਂ ਲੱਗ ਰਿਹਾ, ਬੜੀਆਂ ਕਠਿਨਾਈਆਂ 'ਚ ਬੰਦਾ ਉਲਝਿਆ ਹੋਇਆ, ਤਾਂ ਉਹ ਬੁੱਕਸ ਪੜ੍ਹ ਕੇ ਆਪਣੇ ਦਿਮਾਗ ਨੂੰ ਫਰੈਸ਼ ਕਰ ਸਕਦਾ ਹੈ, ਕਿਉਂਕਿ ਕਿਤਾਬਾਂ ਇੱਕ ਜਿਹੜਾ ਤੁਹਾਡਾ ਚੰਗਾ ਤੇ ਸੱਚਾ ਦੋਸਤ ਹੈ। ਜੀ ਬਿਲਕੁਲ। ਉਹ ਘਰ ਬਹੁਤ ਹੀ ਮਤਲਬ ਮੈਂ ਕਹਿੰਦਾ ਵੀ ਜਿਹਨੂੰ ਕਹਿ ਦਈਏ ਕਿ ਭੌਤਿਕ ਪੱਖੋਂ ਨਾ ਜੀ ਉਹ ਸਖਣੇ ਨੇ, ਬਿਲਕੁਲ, ਜਿਨ੍ਹਾਂ ਦੇ ਘਰ ਕੋਈ ਅਖਬਾਰ, ਕੋਈ ਕਿਤਾਬ ਜਾਂ ਕੋਈ ਰਸਾਲਾ ਨਹੀਂ ਆਉਂਦਾ। ਠੀਕ ਹੈ, ਬਿਲਕੁਲ ਬਿਲਕੁਲ। ਉਹ ਭੌਤਿਕ ਪੱਖੋਂ ਸਖਣੇ ਨੇ। ਜਿਸ ਘਰ ਦੇ ਵਿੱਚ ਇਹ ਕਿਤਾਬਾਂ, ਇਹ ਸਾਰਾ ਕੁਝ ਆਊਗਾ, ਉਸ ਘਰ 'ਚ ਬਹੁਤ ਵੱਡਾ ਸਰਮਾਇਆ ਹੋਊਗਾ। ਬਿਲਕੁਲ। ਉਹ ਵੱਡੇ ਸਰਮਾਏ ਦੇ ਮਾਲਕ ਹੋਣਗੇ, ਕਿਉਂਕਿ ਜ਼ਿੰਦਗੀ ਦੇ ਅੰਦਰ ਕਿਤਾਬਾਂ ਹੀ ਇੱਕ ਇਹੋ ਜਿਹੀਆਂ ਨੇ ਜਿਹੜੀਆਂ ਤੁਹਾਨੂੰ ਆਪਣੇ ਆਲੇ ਦੁਆਲੇ ਤੋਂ ਬਾਹਰ ਕੱਢ ਕੇ ਦੁਨੀਆ ਦੇ ਸਾਰੀਆਂ ਜਿਹੜੀਆਂ ਜੋ ਘਟਨਾਵਾਂ ਵਾਪਰੀਆਂ, ਜੋ ਵਿਕਾਸ ਹੋਇਆ, ਜੋ ਹੋਣ ਜਾ ਰਿਹਾ ਹੈ, ਉਹ ਸਾਰਾ ਕੁਝ ਤੁਹਾਨੂੰ ਕਿਤਾਬਾਂ ਦੇ ਰਾਹੀਂ ਜਿਹੜਾ ਜਾਣਕਾਰੀ ਮਿਲਦੀ ਹੈ। ਤੇ ਉਸ ਜਾਣਕਾਰੀ ਦੇ ਰਾਹੀਂ ਹੀ ਤੁਸੀਂ ਦੁਨੀਆ ਨੂੰ ਜਿਹੜਾ ਉਹ ਸਮਝ ਸਕਦੇ ਹੋ ਤੇ ਆਪਣੀ ਜਿਹੜੀ ਸ਼ਖਸੀਅਤ ਹੈ ਉਹਨੂੰ ਨਿਖਾਰ ਸਕਦੇ ਹੋ। ਸੋ ਇਸੇ ਕਰਕੇ ਕਿਸੇ ਚੰਗੇ ਵਿਦਵਾਨ ਨੇ, ਅੰਗਰੇਜ਼ੀ ਦਾ ਵਿਦਵਾਨ ਹੈ, ਲੇਖਕ ਹੈ, ਰਾਬਰਟ ਸਾਊਥੇ ਜੀ, ਬਿਲਕੁਲ, ਉਹਨੇ ਗੱਲ ਕਹੀ ਸੀ ਵੀ ਮੇਰੀਆਂ ਜਿਹੜੀਆਂ ਕਿਤਾਬਾਂ ਨੇ ਨਾ, ਉਹ ਮੇਰੀਆਂ ਚੰਗੀਆਂ ਦੋਸਤ ਨੇ। ਇਹ ਕਿਤਾਬਾਂ ਮੇਰੀ ਜ਼ਿੰਦਗੀ ਦੇ ਦੁੱਖ ਸੁੱਖ ਦੇ ਵਿੱਚ ਕੰਮ ਆਉਂਦੀਆਂ, ਸਹਾਰਾ ਵੀ ਨੇ ਤੇ ਆਰਾਮਦਾਇਕ ਵੀ ਨੇ। ਇਹ ਉਹਨਾਂ ਲੇਖਕਾਂ, ਉਹਨਾਂ ਵਿਦਵਾਨਾਂ ਦੇ ਇਹ ਸੁਝਾਅ ਨੇ ਵੀ ਕਿਤਾਬਾਂ ਹੀ ਤੁਹਾਡੀ ਜ਼ਿੰਦਗੀ ਨੂੰ ਨਿਖਾਰ ਸਕਦੀਆਂ ਨੇ। ਕਿਤਾਬਾਂ ਪੜ੍ਹ ਕੇ ਹੀ ਤੁਸੀਂ ਸਭ ਕੁਝ ਜਾਣ ਸਕਦੇ ਹੋ। ਜੇ ਅੱਜ ਹਿੰਦੁਸਤਾਨ ਦੇ ਕੀ ਦੁਨੀਆ ਪੱਧਰ ਦੇ ਵਿਗਿਆਨੀ ਜਿਹੜੇ ਨੇ ਹੋਏ ਨੇ, ਜਿੰਨੇ ਵੀ ਵਿਗਿਆਨੀ ਹੋਏ ਨੇ, ਜਿੰਨੇ ਖੋਜਕਾਰ ਹੋਏ ਨੇ, ਜਿੰਨੇ ਸਪੇਸ 'ਚ ਜਾਣ ਵਾਸਤੇ ਰਾਕਟ ਬਣੇ ਨੇ, ਜਾਂ ਜਿੰਨੀਆਂ ਵੀ ਸਾਡੀਆਂ ਸਪੇਸ 'ਚ ਬਾਕੀ ਮਿਜ਼ਾਈਲਸ ਬਣੀਆਂ ਨੇ, ਇਹ ਸਾਰੀਆਂ ਹੀ ਕਿਤਾਬਾਂ ਪੜ੍ਹ ਕੇ ਉਹ ਤੋਂ ਗਿਆਨ ਹਾਸਲ ਕਰਕੇ ਸਾਡੇ ਵਿਗਿਆਨੀਆਂ ਨੇ ਸਾਨੂੰ ਉਹ ਦਿੱਤੀਆਂ ਨੇ, ਸਹੂਲਤਾਂ ਦਿੱਤੀਆਂ। ਅਸੀਂ ਕਿਤਾਬਾਂ ਦੇ ਸ਼ੀਸ਼ੇ ਰਾਹੀਂ ਜੀ ਅੱਜ ਬ੍ਰਹਿਮੰਡ ਨੂੰ ਸਾਰੇ ਨੂੰ ਵੇਖ ਸਕਦੇ ਹਾਂ ਜੀ। ਸਕੂਲ ਤੋਂ ਸਟਾਰਟ ਹੋਇਆ ਬੱਚਾ, ਉਹ ਸਪੇਸ ਤੱਕ ਜਾਂਦਾ ਹੈ, ਤੇ ਉਹਦਾ ਇੱਕ ਸਹਾਰਾ ਕੀ ਹੁੰਦਾ, ਉਹ ਸਿਰਫ ਤੇ ਸਿਰਫ ਕਿਤਾਬਾਂ। ਉਹ ਸੱਚੇ ਦੋਸਤ ਵੀ ਨੇ ਕਿਤਾਬਾਂ, ਚੰਗਾ ਸਾਥੀ ਵੀ ਹੈ, ਔਰ ਤੁਹਾਨੂੰ ਦੁਨੀਆ ਪੱਧਰ ਦੇ ਵਿਦਵਾਨਾਂ ਵੱਲੋਂ, ਖੋਜਕਾਰਾਂ ਵੱਲੋਂ, ਜਾਂ ਜਿਹੜੇ ਵੀ ਵਿਗਿਆਨੀ ਨੇ ਉਹਨਾਂ ਵੱਲੋਂ ਕੀਤੀਆਂ ਖੋਜਾਂ ਦੀ ਜਾਣਕਾਰੀ ਦਿੰਦੇ ਨੇ, ਤੇ ਤੁਹਾਨੂੰ ਪਤਾ ਲੱਗਦਾ ਹੈ ਕਿ ਦੁਨੀਆ ਦੇ ਅੰਦਰ ਇਹ ਜਿਹੜੀ ਖੋਜ ਆ ਕਿਸ ਵਿਗਿਆਨੀ ਨੇ ਕੀਤੀ ਹੈ, ਉਹਦੇ ਤਜਰਬਿਆਂ ਦੀ ਤੁਹਾਨੂੰ ਗਿਆਨ ਹੁੰਦਾ। ਉਹਨਾਂ ਦੇ ਆਧਾਰ ਤੇ ਤੁਸੀਂ ਫਿਰ ਆਪਣੀ ਜ਼ਿੰਦਗੀ ਦਾ ਇੱਕ ਜਿਹੜਾ ਉਹ ਸਿਲਾ ਸ਼ੁਰੂ ਕਰਦੇ ਹੋ, ਤੇ ਮੈਂ ਵੀ ਇਸੇ ਤਰ੍ਹਾਂ ਦਾ ਬਣਨਾ ਚਾਹਾਂਗਾ। ਜਿਵੇਂ ਕਿ ਕਹਿੰਦੇ ਨੇ ਕਿ ਅਗਰ ਤੁਸੀਂ ਆਪਣੀ ਜ਼ਿੰਦਗੀ 'ਚ ਕੁਝ ਪਾਉਣਾ ਚਾਹੁੰਦੇ ਹੋ ਜੀ, ਤਾਂ ਸਭ ਤੋਂ ਪਹਿਲਾਂ ਆਪਣੀ ਜ਼ਿੰਦਗੀ ਨੂੰ ਦੇਖੋ, ਪਰਖੋ ਕਿ ਮੇਰੀ ਜ਼ਿੰਦਗੀ 'ਚ ਹੈ ਕੀ। ਅਗਰ ਨਹੀਂ ਸਮਝ ਆਉਂਦਾ, ਬੁੱਕਸ ਪੜ੍ਹੋ, ਉਹਨੂੰ ਦੇਖੋ, ਪੜ੍ਹੋ ਪੂਰਾ ਚੰਗੀ ਤਰ੍ਹਾਂ, ਫਿਰ ਸਮਝੋ। ਕਿਉਂਕਿ ਅੱਜ ਦਾ ਜਿਹੜਾ ਸਾਡਾ
ਸਿਸਟਮ ਹੈ ਨਾ, ਖਾਸ ਕਰਕੇ ਸਾਡੇ ਪੰਜਾਬੀ ਸੱਭਿਆਚਾਰ ਦੇ ਵਿੱਚ ਅਸੀਂ ਉਹਨਾਂ ਵਿਦੇਸ਼ੀਆਂ ਪੱਛਮੀ ਜਿਹੜਾ ਜਿਹਨੂੰ ਕਲਚਰ ਕਹਿ ਦਿੰਦੇ, ਪੱਛਮੀ ਸੱਭਿਆਚਾਰ ਕਹਿ ਦਿੰਦੇ, ਉਹਦੇ ਅਨੁਸਾਰ ਆਪਣਾ ਖਾਣਾ ਪੀਣਾ ਜਿਹੜਾ ਸ਼ੁਰੂ ਕਰ ਲਿਆ। ਉਹਨਾਂ ਵਰਗੇ ਕੱਪੜੇ ਪਾਉਣੇ ਆਪਾਂ ਸ਼ੁਰੂ ਕਰ ਲਏ, ਬਿਲਕੁਲ ਉਹਨਾਂ ਵਰਗੀ ਬੋਲੀ ਵੀ ਸਿੱਖ ਲਈ। ਪੱਛਮੀ ਸੱਭਿਆਚਾਰ ਦਾ ਸਾਰੇ ਜਿਹੜੇ ਗੁਣ ਐਕਸੈਪਟ ਕਰ ਲਏ, ਪਰ ਆਪਾਂ ਕਿਤਾਬਾਂ ਪੱਖੋਂ, ਪੁਸਤਕਾਂ ਪੱਖੋਂ ਬਹੁਤ ਜਿਹੜੇ ਆ ਉਹ ਪਿੱਛੇ ਰਹਿ ਗਏ। ਬਿਲਕੁਲ ਬਹੁਤ ਪਿੱਛੇ ਰਹਿ ਗਏ। ਹਾਂਜੀ। ਵਿਦੇਸ਼ੀਆਂ ਦੇ ਅੰਦਰ, ਉਹਨਾਂ ਦੇ ਅੰਦਰ ਜੇ ਗਿਆਨ ਦਾ ਬਹੁਤ ਵੱਡਾ ਸੋਮਾ ਨਾ, ਤੇ ਉਹ ਰੋਟੀ ਭਾਵੇਂ ਘੱਟ ਖਾਣ, ਪਰ ਉਹ ਕਿਤਾਬਾਂ ਜਿਹੜੀਆਂ ਨੇ ਉਹ ਜ਼ਰੂਰ ਪੜ੍ਹਦੇ ਨੇ। ਬਿਲਕੁਲ ਜ਼ਰੂਰ ਪੜ੍ਹਦੇ, ਪੁਸਤਕਾਂ ਜ਼ਰੂਰ ਪੜ੍ਹਦੇ ਨੇ। ਕਈਆਂ ਦੀ ਇਹ ਹੈਬਿਟ ਹੁੰਦੀ ਹੈ ਕਿ ਅਸੀਂ ਬੁੱਕਸ ਪੜ੍ਹਨੀ ਹੀ ਪੜ੍ਹਨੀ ਹੈ। ਤੇ ਇਹੀ ਇੱਕ ਸਾਡੇ ਪੰਜਾਬੀ ਕਲਚਰਾਂ, ਪੰਜਾਬੀ ਸੱਭਿਆਚਾਰ ਦਾ ਜਿਹੜਾ ਇੱਕ ਬਹੁਤ ਜਿਹਨੂੰ ਦੁਖਦਾਈ ਕਹਿ ਸਕਦੇ ਆ ਵੀ ਸਾਡਾ ਜਿਹੜਾ ਪੜ੍ਹਾਈ ਵੱਲ, ਪੁਸਤਕਾਂ ਪੜ੍ਹਨ ਵੱਲ, ਕਿਤਾਬਾਂ ਪੜ੍ਹਨ ਵੱਲ ਧਿਆਨ ਜਿਹੜਾ ਉਹ ਬਹੁਤ, ਰੁਚੀ ਜਿਹੜੀ ਹੈ ਉਹ ਘਟ ਗਈ ਹੈ। ਰੁਚੀ ਘਟ ਗਈ ਹੈ। ਬਿਲਕੁਲ। ਜਦੋਂ ਵੀ ਕਿਸੇ ਨਾਲ ਗੱਲ ਕਰਦੇ ਆ ਤੇ ਉਹ ਸਿੱਧਾ ਸਵੇਰੇ ਅਖਬਾਰ ਜਾਂ ਮਾੜੀ ਮੋਟੀ ਸੁਰਖੀਆਂ ਪੜ੍ਹਨ ਤੋਂ ਬਾਅਦ ਉਹ ਕੋਈ ਵੀ ਇਹੋ ਜਿਹੀ ਗਿਆਨ ਹਾਸਲ ਕਰਨ ਵਾਲੀ ਕਿਤਾਬ ਜਾਂ ਕੋਈ ਰਸਾਲਾ ਜਾਂ ਕੋਈ ਪੁਸਤਕ ਪੜ੍ਹਦੇ ਨਹੀਂ। ਇਹਦੇ ਤੋਂ ਦੁਖੀ ਹੋ ਕੇ, ਦੁਖੀ ਕੀ ਵੀ ਇਹਦੇ ਤੋਂ ਹੀ ਮਤਲਬ ਪ੍ਰਭਾਵਿਤ ਹੋ ਕੇ, ਤਾਂ ਇੱਕ ਵਾਰ ਜਿਹੜੇ ਸਾਡੇ ਗੁਰਬਖਸ਼ ਸਿੰਘ ਪ੍ਰੀਤਲੜੀ ਨੇ, ਜਿਹੜੇ ਸਾਡੇ ਇਸ ਪੰਜਾਬ ਦੇ ਬਹੁਤ ਵਧੀਆ ਲੇਖਕ ਸੀ, ਪ੍ਰਸਿੱਧ ਲੇਖਕ ਸੀ, ਉਹਨਾਂ ਨੇ ਇਹ ਗੱਲ ਜ਼ਰੂਰ ਕਹੀ ਸੀ ਵੀ ਜਿਹੜੀਆਂ ਇਹ ਜੇਲ੍ਹਾਂ, ਇਹ ਥਾਣੇ, ਇਹ ਕਚਹਿਰੀਆਂ, ਇਹ ਸਾਰਾ ਜਿਹੜੇ ਹੈਗਾ ਇਹ ਮਨੁੱਖ ਦੀ ਜਹਾਲਤ ਨੂੰ ਉਪਜਦੀਆਂ ਸੰਸਥਾਵਾਂ ਨੇ। ਬਿਲਕੁਲ। ਜੇਲ੍ਹਾਂ, ਇਹ ਥਾਣੇ, ਇਹ ਕਚਹਿਰੀਆਂ, ਇਹ ਕਾਨੂੰਨ, ਇਹ ਅਦਾਲਤਾਂ ਜਿਹੜੀਆਂ ਨੇ, ਇਹ ਮਨੁੱਖ ਦੀ ਜਹਾਲਤ ਨੂੰ ਉਹ ਜਿਹੜੀਆਂ ਉਪਜੀਆਂ ਹੋਈਆਂ ਸੰਸਥਾਵਾਂ ਨੇ। ਉਹ ਕਹਿੰਦਾ ਵੀ ਜੇ ਇਹ ਜੇਲ੍ਹਾਂ ਦੀ ਜਗ੍ਹਾ ਦੇ ਉੱਤੇ, ਥਾਣਿਆਂ ਦੀ ਜਗ੍ਹਾ ਦੇ ਉੱਤੇ, ਕਚਹਿਰੀਆਂ ਦੀ ਜਗ੍ਹਾ ਦੇ ਉੱਤੇ ਕਿਤੇ ਪਿੰਡਾਂ ਦੇ ਵਿੱਚ ਲਾਇਬ੍ਰੇਰੀਆਂ ਖੋਲ੍ਹ ਦਿੱਤੀਆਂ ਜਾਣ ਨਾ, ਲਾਇਬ੍ਰੇਰੀਆਂ ਖੋਲ੍ਹ ਕੇ ਲੋਕਾਂ ਨੂੰ ਉਤਸ਼ਾਹਿਤ ਕੀਤਾ ਜਾਵੇ ਕਿਤਾਬਾਂ ਵੱਲ, ਤੇ ਉਹਦੇ ਨਾਲੋਂ ਹਜ਼ਾਰਾਂ ਗੁਣਾ ਵਧੀਆ ਹੈ। ਬਿਲਕੁਲ। ਜਦੋਂ ਤੁਸੀਂ ਕਿਤਾਬ ਪੜ੍ਹੋਗੇ, ਪੁਸਤਕ ਪੜ੍ਹੋਗੇ, ਤਾਂ ਤੁਹਾਨੂੰ ਗਿਆਨ ਹਾਸਲ ਹੋਏਗਾ। ਤੁਸੀਂ ਕੁਰੀਤੀਆਂ ਵੱਲ ਜਾਓਗੇ ਹੀ ਨਹੀਂ, ਤੁਸੀਂ ਭੈੜੀਆਂ ਆਦਤਾਂ ਵੱਲ ਜਾਓਗੇ ਨਹੀਂ, ਤੁਸੀਂ ਭੈੜੇ ਕੰਮ ਕਰੋਗੇ ਹੀ ਨਹੀਂ। ਤੇ ਜਦੋਂ ਤੁਸੀਂ ਕਿਤਾਬਾਂ ਤੋਂ ਬਹੁਤ ਦੂਰ ਚਲੇ ਜਾਂਦੇ ਹੋ ਨਾ, ਤਾਂ ਫਿਰ ਜਿਹੜਾ ਉਹ ਤੁਹਾਡੀ ਜ਼ਿੰਦਗੀ ਦਾ, ਜੀਵਨ ਦਾ ਹਿੱਸਾ ਬਹੁਤ ਜਿਹੜਾ ਉਹ ਘਟਿਆ ਜਾਂਦਾ ਹੈ। ਕਈ ਕਹਿੰਦੇ ਨੇ ਵੀ ਅਸੀਂ ਤਾਂ ਸਫਲ ਹੀ ਨਹੀਂ ਹੁੰਦੇ, ਅਸੀਂ ਕੁਝ ਕਰ ਹੀ ਨਹੀਂ ਪਾ ਰਹੇ। ਉਹਦਾ ਕਾਰਨ ਪਿੱਛੇ ਹੈ ਨਾ, ਜੇ ਉਹ ਆਪਣੀ ਇੱਕ, ਮੈਂ ਪਹਿਲਾਂ ਵੀ ਗੱਲ ਕਈ ਵਾਰ ਕੀਤੀ ਹੈ ਵੀ ਹਰ ਮਨੁੱਖ ਜਿਹੜਾ ਨਾ ਉਹ ਦੋ ਕਿਸਮ ਦਾ ਹੁੰਦਾ। ਮਨੁੱਖ ਦੋ ਕਿਸਮ ਦੀ ਉਹਦੀ ਜਿਹੜੀ ਸੋਚ ਹੈ ਹੁੰਦੀ, ਇੱਕ ਨਿਰਾਸ਼ਾਵਾਦੀ ਹੁੰਦੀ ਹੈ, ਇੱਕ ਆਸ਼ਾਵਾਦੀ ਹੁੰਦੀ ਹੈ। ਜਿਹੜਾ ਬੰਦਾ ਆਸ਼ਾਵਾਦੀ ਹੈ ਉਹ ਤਾਂ ਆਸ਼ਾਵਾਦੀ ਬਣਿਆ ਕਿਉਂਕਿ ਉਹਨੇ ਬੁੱਕਸ ਪੜ੍ਹੀਆਂ, ਕਿਤਾਬਾਂ ਪੜ੍ਹੀਆਂ, ਗਿਆਨ ਹਾਸਲ ਕੀਤਾ, ਉਹਨੂੰ ਪਤਾ ਲੱਗਾ ਤੇ ਮੈਂ ਜੀਵਨ ਦੇ ਅੰਦਰ ਇੱਕ ਜੇ ਕੰਮ ਕੀਤਾ ਹੈ, ਜੇ ਉਸ ਕੰਮ ਦੇ ਪਿੱਛੇ ਮੈਂ ਕੋਈ, ਮੈਨੂੰ ਕਮੀ ਮਹਿਸੂਸ ਹੋਈ ਆ, ਮੈਂ ਅਸਫਲ ਹੋ ਗਿਆ, ਸਫਲਤਾ ਮੇਰੇ ਨਹੀਂ ਆਈ, ਪੱਲੇ ਨਹੀਂ ਪਈ, ਤੇ ਇਹਦੇ ਪਿੱਛੇ ਰੀਜ਼ਨ ਕੋਈ ਹੈਗਾ, ਕਾਰਨ ਹੈਗਾ ਮੇਰੀ ਆਪਣੀ ਕਮਜ਼ੋਰੀ, ਕਿਤੇ ਨਾ ਕਿਤੇ ਮੇਰੇ ਕੋਲੇ ਗਲਤੀ ਹੋਈ ਹੈ, ਤੇ ਉਸ ਗਲਤੀ ਨੂੰ ਸੁਧਾਰਨ ਵਾਸਤੇ ਫਿਰ ਬੁੱਕਸ ਪੜ੍ਹਦਾ, ਕਿਉਂਕਿ ਉਹਦੇ ਕੋਲ ਰਾਹ ਮਿਲਦਾ ਨਾ, ਉਹਦੇ ਕੋਲ ਤੁਹਾਨੂੰ ਇੱਕ ਚਾਨਣ ਮਿਲਦਾ। ਜਦੋਂ ਚਾਨਣ ਮਿਲਿਆ ਤੇ ਉਹ ਫਿਰ ਆਸ਼ਾਵਾਦੀ ਜਿਹੜਾ ਬੰਦਾ ਉਸ ਚਾਨਣ ਦੇ ਸਹਾਰੇ ਆਪਣੀ ਸਫਲਤਾ ਵੱਲ ਵੱਧ ਜਾਂਦਾ। ਜਿਹੜਾ ਨਿਰਾਸ਼ਾਵਾਦੀ ਆ ਉਹ ਫਿਰ ਇਦਾਂ ਹੀ ਕਰਦਾ, ਕਦੇ ਤੇ ਉਹ ਕਿਸੇ ਨੂੰ ਕੋਸਦਾ, ਕਦੇ ਆਪਣੀ ਕਿਸਮਤ ਨੂੰ ਕੋਸਦਾ, ਕਦੇ ਗੋਡਿਆਂ ਨੂੰ ਤਰਸਦਾ ਕਰਦਾ, ਗੋਡੇ ਨੇ ਨਾ ਵੀ ਲਿਆ ਜਾਵੇ ਨਾ ਤੇ ਫਟੇ ਮੂੰਹ ਗੋਡਿਆਂ ਦਾ, ਵੀ ਆਪ ਤੇ ਤੂੰ ਕਰਨਾ ਕੱਖ ਨਹੀਂ, ਆਪ ਤੇ ਤੂੰ ਹਿੰਮਤ ਕਰਨੀ ਨਹੀਂ। ਜੇ ਤੂੰ ਹਿੰਮਤ ਕਰੇਗਾ ਤੇ ਆਪਣੀ ਮੰਜ਼ਿਲ ਵੱਲ ਵਧੇਗਾ। ਉਹਦਾ ਕਾਰਨ ਹੁੰਦਾ ਵੀ ਉਹ ਕਿਤਾਬਾਂ ਨਾਲੋਂ ਮੋਹ ਉਹਦਾ ਖਤਮ ਹੋ ਚੁੱਕਾ ਹੁੰਦਾ, ਉਹ ਪੜ੍ਹਨ ਵੱਲ ਧਿਆਨ ਨਹੀਂ ਦਿੰਦਾ, ਨਾ ਉਹਨੇ ਸਕੂਲ 'ਚ ਪੜ੍ਹਿਆ, ਬ੍ਰੇਨ ਬਿਲਕੁਲ ਹੀ ਬਲੌਕ ਹੋ ਜਾਂਦਾ ਜੀ, ਪੜ੍ਹਨਾ ਹੈ ਨਹੀਂ ਉਹਨੇ। ਫਿਰ ਦੇਖੋ ਜੀ ਬਲੌਕ ਤੇ ਹੋਏਗਾ, ਤੁਸੀਂ ਗੱਡੀ ਲੈ ਲਓ, ਕਾਰ ਲੈ ਲਓ, ਸਕੂਟਰ ਲੈ ਲਓ, ਜੇ ਉਹਦੇ ਅੰਦਰ ਉਹਦੀ ਤੁਸੀਂ ਚਲਾਓਗੇ ਨਹੀਂ, ਉਹਨੂੰ ਤੋਰੋਗੇ ਨਹੀਂ ਗਾ, ਤੋ ਜਾਮ ਹੀ ਹੋ ਜੂ, ਚੱਲਣਾ ਹੀ, ਉਹਦਾ ਇੰਜਣ ਨੇ ਜਾਮ ਹੋ ਜਾਣਾ। ਜੇ ਉਹਨੂੰ ਤੇਲ ਪਾਣੀ ਮਿਲਦਾ ਰਵੇ, ਉਹ ਸਟਾਰਟ ਰਵੇ, ਤੁਰਿਆ ਰਵੇ, ਤਾਂ ਹੀ ਚੱਲੇਗੀ। ਜੇ ਕੋਈ ਮਾੜੀ ਮੋਟੀ ਉੱਚ ਕਮੀ ਪੇਸ਼ੀ ਆਏਗੀ ਤੇ ਮਿਸਤਰੀ ਠੀਕ ਕਰ ਦੂ,
ਇਸੇ ਤਰ੍ਹਾਂ ਸਾਡਾ ਦਿਮਾਗ ਵੀ ਜਿਹੜਾ ਜਾਂ ਸਾਡਾ ਜਿਹੜਾ ਸਰੀਰ ਹੈ ਉਹ ਸਾਡਾ ਸਰੀਰ ਜਿੰਨਾ ਤੱਕ ਚੱਲਦਾ ਫਿਰਦਾ ਤਦ ਤੱਕ ਉਹ ਮਨੁੱਖ ਹੈ। ਜਿਵੇਂ ਆਪਣੇ ਸਰੀਰ ਨੂੰ ਜੋਗਿੰਗ ਜ਼ਰੂਰੀ ਹੈ, ਯੋਗਾ ਬਿਲਕੁਲ। ਜ਼ਰੂਰੀ ਹੈ, ਉਸੇ ਤਰ੍ਹਾਂ ਆਪਣੇ ਮਾਈਂਡ ਨੂੰ ਬੁੱਕਸ ਪੜ੍ਹਨੀਆਂ ਬਹੁਤ ਜ਼ਰੂਰੀ ਬਹੁਤ ਜ਼ਰੂਰੀ। ਕਿਤਾਬਾਂ ਹੀ ਮਨ ਦੇ ਅੰਦਰ ਇੱਕ ਨਵੀਂ ਜਿਹੜੀ ਆ ਉਹ ਤਰੰਗ ਪੈਦਾ ਕਰਦਾ, ਜੀ, ਇੱਕ ਬਿਲਕੁਲ। ਹਾਂ ਤਰੰਗ ਪੈਦਾ ਕਰਦਾ। ਸੋ ਇਸ ਗੱਲ ਨੂੰ ਸਾਡੇ ਤਿਲਕ ਨੂੰ ਜਿਹੜੇ ਸਾਡੇ ਸੀਗੇ ਗੰਗਾਧਰ ਤਿਲਕ ਜੀ ਨੇ ਵੀ ਜੀ ਇਹ ਗੱਲ ਜ਼ਰੂਰ ਕਹੀ ਸੀ ਹਾਂ ਵੀ ਜੇ ਮੈਂ ਨਰਕ ਦੇ ਵਿੱਚ ਚੰਗੀਆਂ ਕਿਤਾਬਾਂ ਹੋਣ ਤਾਂ ਮੈਂ ਨਰਕ ਜਾਣਾ ਪਸੰਦ ਕਰਦਾ। ਉਹ ਕਹਿੰਦਾ ਜੀ ਵੀ ਜੇ ਨਰਕ ਦੇ ਅੰਦਰ ਵੀ ਚੰਗੀਆਂ ਕਿਤਾਬਾਂ ਹੋਣ ਤੇ ਮੈਂ ਨਰਕ ਜਾਣਾ ਪਸੰਦ ਕਰੂੰਗਾ, ਸਵਰਗ 'ਚ ਨਹੀਂ। ਜੀ ਮੇਰੇ ਲਈ ਉਹ ਸਵਰਗ ਹੋ ਜਾਏਗਾ। ਹਾਂ ਉਹ ਲਿਖਦਾ ਹੈ ਓਕੇ ਤੇ ਮੇਰੇ ਲਈ ਉਹ ਨਰਕ ਵੀ ਜਿਹੜਾ ਹਾਂ। ਹੈ ਇੱਕ ਸਵਰਗ ਦੇ ਬਰਾਬਰ ਹੈ ਜੇ ਉੱਥੇ ਬੁੱਕਸ ਮਿਲੇ। ਅੱਛਾ ਉਹ ਇੰਨਾ ਕੁਝ ਅੱਗੇ ਚਲੇ ਜਾਂਦਾ। ਸੋ ਪੁਸਤਕਾਂ ਜਿਹੜੀਆਂ ਨੇ ਆਪਣੇ ਜਿਹੜੇ ਪ੍ਰੇਮ ਨੂੰ ਪੱਖ ਨੂੰ ਜਿਹੜੀਆਂ ਉਜਾਗਰ ਕਰਨੀਆਂ ਇੱਕ ਬਹੁਤ ਵੱਡੀਆਂ ਜਿਹੜੀਆਂ ਨੇ ਉਹ ਸਾਡੇ ਕੋਲ ਸਹਾਰਾ ਹੁੰਦੀਆਂ ਨੇ। ਬਿਲਕੁਲ ਸੋ ਅਸੀਂ ਆਪਣੀ ਪੜ੍ਹਾਈ ਵੱਲ ਜਿਹੜਾ ਧਿਆਨ ਉਹ ਬਹੁਤ ਘੱਟ ਦਿੰਦੇ ਹਾਂ। ਬਹੁਤ ਘੱਟ। ਇਹ ਰੁਝਾਨ ਤਾਂ ਵੈਸੇ ਹੀ ਪੰਜਾਬ ਦੇ ਸੱਭਿਆਚਾਰ 'ਚ ਪੰਜਾਬ ਦੀ ਜਨਤਾ 'ਚ ਜਿਹੜਾ ਬੁੱਕਸ ਪੜ੍ਹਨ ਦਾ ਉਹ ਬਹੁਤ ਰੁਝਾਨ ਘਟ ਗਿਆ। ਬਹੁਤ ਜਦੋਂ ਵੀ ਕਿਸੇ ਨਾਲ ਗੱਲ ਕਰਦੇ ਆ ਠੀਕ ਹੈ ਇਹ ਗੱਲ, ਮੈਂ ਇਹ ਨਹੀਂ ਕਹਿੰਦਾ ਵੀ ਇੰਟਰਨੈਟ ਦੇ ਅੰਦਰ ਬਹੁਤ ਸੁਵਿਧਾ ਆ ਗਈਆਂ। ਜੀ ਗੂਗਲ ਬਾਬਾ ਜਿਹਨੂੰ ਤੁਸੀਂ ਕਹਿੰਦੇ ਹੋ, ਇਹ ਇੰਟਰਨੈਟ ਦੇ ਥਰੂ ਤੁਸੀਂ ਗੂਗਲ ਤੋਂ ਬਹੁਤ ਕੁਝ ਸਰਚ ਕਰ ਸਕਦੇ ਹੋ, ਜੀ ਬਹੁਤ ਕੁਝ ਹੋ ਸਕਦਾ, ਬਿਲਕੁਲ। ਪਰ ਉਹ ਕਦੇ ਕਿਤਾਬਾਂ ਦਾ ਸਹਾਰਾ ਨਹੀਂ ਬਣ ਸਕਦਾ, ਬਦਲ ਨਹੀਂ ਬਣ ਸਕਦਾ, ਕਿਤਾਬਾਂ ਦਾ ਕੋਈ ਵੀ ਨਹੀਂ ਬਦਲ ਨਹੀਂ ਬਣ ਸਕਦਾ। ਕਿਤਾਬਾਂ ਦਾ ਰੋਲ ਜਿਹੜਾ ਹੈ, ਕਿਤਾਬਾਂ ਦੀ ਜਿਹੜੀ ਮਿੱਤਰਤਾ ਹੀ ਹੈ, ਕਿਤਾਬਾਂ ਦਾ ਜਿਹੜਾ ਪ੍ਰੇਮ ਹੈ ਜੀ ਉਹ ਭਾਵੇਂ ਉਹ ਨਹੀਂ ਲੈ ਸਕਦਾ। ਗਿਆਨ ਉਹਦੇ ਕੋਲ ਬਹੁਤ ਹੈ, ਦੁਨੀਆ ਭਰ ਦਾ ਗਿਆਨ ਇੰਟਰਨੈਟ ਤੋਂ ਤੁਹਾਨੂੰ ਮਿਲ ਜਾਏਗਾ, ਜੀ ਪਰ ਆਪਾਂ ਕੀ ਕਰ ਰਹੇ ਹਾਂ, ਆਪਣੀ ਜਿਹੜੀ ਸੋਚ ਹੈ ਉਹ ਇੰਟਰਨੈਟ ਤੋਂ ਜਿਹੜੀਆਂ ਵੀ ਰਿਪੋਰਟਸ ਆਪਾਂ ਪੜ੍ਹ ਰਹੇ ਹਾਂ ਉਹ ਗਲਤ ਪੜ੍ਹ ਰਹੇ ਹਾਂ, ਉਹਨੂੰ ਮਿਸਯੂਜ਼ ਕਰ ਰਹੇ ਹਾਂ, ਮਿਸਯੂਜ਼ ਬਿਲਕੁਲ ਉਹਦਾ ਸਹਾਰਾ ਗਲਤ ਲੈ ਰਹੇ ਹਾਂ। ਪਰ ਕਿਤਾਬਾਂ ਇੱਕ ਇਹੋ ਜਿਹੀਆਂ ਨੇ ਵੀ ਜਿਹੜਾ ਤੁਹਾਨੂੰ ਸਹੀ ਰਸਤਾ ਸਹੀ ਦਿਸ਼ਾ ਵੱਲ ਲੈ ਕੇ ਜਾਵੇਗਾ। ਲੈ ਕੇ ਜਾਵੇ ਸੋ ਇਸ ਕਰਕੇ ਕਿਤਾਬਾਂ ਜਿਹੜੀਆਂ ਨੇ ਉਹ ਬਹੁਤ ਵੱਡੀਆਂ ਉਹ ਦੇਣ ਨੇ। ਤੇ ਕਦੇ ਮੈਂ ਤੁਹਾਨੂੰ ਪੁੱਛਾਂ ਕਿ ਤੁਸੀਂ ਆਪਣੀ ਜ਼ਿੰਦਗੀ 'ਚ ਦੱਸੋ ਵੀ ਕਿੰਨੀਆਂ ਕੁ ਕਿਤਾਬਾਂ ਪੜ੍ਹੀਆਂ, ਕਿੰਨਿਆਂ ਕੁ ਆਰਥਰਾਂ ਨੂੰ ਤੁਸੀਂ ਜਿਹੜੇ ਆ ਉਹ ਲੇਖਕਾਂ ਨੂੰ ਹੁਣ ਤੱਕ ਪੜ੍ਹ ਚੁੱਕੇ ਹੋ ਜਾਂ ਯਤਨ ਕੀਤਾ? ਕੋਈ ਨਹੀਂ, ਇਹ ਨਹੀਂ ਹੈ ਮਤਲਬ ਤੁਸੀਂ ਪੜ੍ਹੇ ਆ ਤੇ ਤਾਂ ਹੀ ਇਹ ਅੱਜ ਟੀਵੀ ਦੇ ਮੂਹਰੇ ਬੈਠੇ ਹੋ, ਤਾਂ ਹੀ ਸਾਰਾ ਕੁਝ ਦੱਸ ਰਹੇ। ਮੇਰਾ ਕਹਿਣ ਦਾ ਭਾਵ ਵੀ ਬਹੁਤ ਵਧੀਆ ਜਿਹੜੇ ਨੇ ਉਹ ਲੇਖਕ ਨੇ, ਲੈਨਨ, ਮਾਰਕਸ ਜਾਂ ਹੋਰ ਸਪਾਲਟ, ਮਤਲਬ ਬਹੁਤ ਵਧੀਆ ਸਾਡੇ ਜਿਹੜੇ ਆਪਣੇ ਪੰਜਾਬ ਦੇ ਬਹੁਤ ਤਗੜੇ ਜਸਵੰਤ ਕਵਲ ਹੋਣੀਆਂ ਜਿਨ੍ਹਾਂ ਨੇ ਬਹੁਤ ਕੁਝ ਲਿਖਿਆ, ਪ੍ਰੀਤ ਲੜੀ ਨੇ ਬਹੁਤ ਕੁਝ ਲਿਖਿਆ, ਪਾਸ ਜੀ ਨੇ ਬਹੁਤ ਕੁਝ ਲਿਖਿਆ, ਸੰਤਰਾਮ ਆਦਾਸੀ ਨੇ ਬਹੁਤ ਕੁਝ ਲਿਖਿਆ। ਮਤਲਬ ਧਾਰਮਿਕ ਖੇਤਰ ਦੇ ਅੰਦਰ ਹੋਰ ਬਹੁਤ ਇਹੋ ਜਿਹੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਧਰਮ ਦੇ ਪ੍ਰਤੀ, ਜੀ ਧਰਮ ਦੇ ਅੰਦਰ ਸਾਡੀ ਰਾਜਨੀਤੀ ਕਿਵੇਂ ਹੋਈ, ਧਰਮ ਕੀ ਹੈ, ਧਰਮ ਕਿਵੇਂ ਪੈਦਾ ਹੋਇਆ, ਇਹ ਸਾਰੇ ਜਿਹੜੇ ਨੇ ਵੱਖ-ਵੱਖ ਧਾਰਮਿਕ ਆਗੂਆਂ ਵੱਲੋਂ ਵੀ ਇੱਕ ਬਹੁਤ ਅੱਛੀਆਂ ਬੁੱਕਸ ਜਿਹੜੀਆਂ ਨੇ ਉਹ ਲਿਖੀਆਂ ਗਈਆਂ। ਬਿਲਕੁਲ, ਚਾਹੇ ਉਹ ਕਿਸੇ ਵੀ ਧਰਮ ਨੂੰ ਬਿਲੋਂਗ ਕਰਦਾ ਰਿਹਾ, ਚਾਹੇ ਉਹ ਕਿਸੇ ਵੀ ਮਤਲਬ ਹੈਗਾ, ਪਰ ਉਹਨਾਂ ਦੀਆਂ ਜਿਹੜੀਆਂ ਕਿਤਾਬਾਂ ਨੇ, ਕਿਤਾਬਾਂ ਦੇ ਰਾਹੀਂ, ਗ੍ਰੰਥਾਂ ਦੇ ਰਾਹੀਂ ਉਹ ਮਨੁੱਖਤਾ ਨੂੰ ਮਨੁੱਖਾਂ ਨਾਲ ਜੋੜਨ ਦਾ ਇਹ ਕੰਮ ਕਰਦਾ ਰਿਹਾ। ਉਹਨਾਂ ਦੇ ਅੰਦਰ ਇੱਕ ਰੁਚੀ ਪੈਦਾ ਕਰਦਾ ਰਿਹਾ, ਗਿਆਨ ਦਾ ਸਾਗਰ ਸੀ। ਸਾਡੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਨੇ ਉਹ ਦੁਨੀਆ ਦਾ ਗਿਆਨ ਹੈ, ਬ੍ਰਹਿਮੰਡ ਦਾ ਗਿਆਨ ਹੈ। ਜਦੋਂ ਖੋਜਾਂ ਅਜੇ ਹੋਈਆਂ ਵੀ ਨਹੀਂ ਸੀ ਤਾਂ ਉਦੋਂ ਵੀ ਸਾਡੇ ਗੁਰੂ ਨਾਨਕ ਸੱਚੇ ਪਾਤਸ਼ਾਹ ਨੇ ਬਹੁਤ ਵੱਡੀਆਂ ਗੱਲਾਂ ਜਿਹੜੀਆਂ ਉਹ ਜਪਜੀ ਸਾਹਿਬ 'ਚ ਕਹਿ ਦਿੱਤੀਆਂ ਸੀ। ਸੋ ਉਹ ਤਾਂ ਹੀ ਪਤਾ ਲੱਗਾ ਜੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮਤਲਬ ਸੁਣਿਆ ਤੇ ਉਹਦੀ ਬਾਣੀ ਨੂੰ ਪੜ੍ਹਿਆ। ਇਦਾਂ ਹੀ ਦੂਜਿਆਂ ਧਰਮਾਂ ਦੇ ਅੰਦਰ ਵੀ ਹੈ, ਦੂਸਰੇ ਧਰਮਾਂ ਦੇ ਅੰਦਰ ਵੀ ਜੇ ਕੁਰਾਨ ਹੈ ਜਾਂ ਕੁਰਾਨ ਸ਼ਰੀਫ ਹੈ ਜਾਂ ਦੂਜੇ ਗੀਤਾ ਹੈ ਜਾਂ ਜਿਹੜੇ ਵੀ ਉਹਨਾਂ ਦੇ ਧਾਰਮਿਕ ਗ੍ਰੰਥ ਨੇ ਉਹਨਾਂ ਨੂੰ ਪੜ੍ਹਿਆ ਹੀ ਪਤਾ ਲੱਗੇਗਾ। ਜੇ ਤੁਸੀਂ ਕਿਤਾਬਾਂ ਦੀ ਰੁਚੀ ਤੁਹਾਡੇ ਅੰਦਰ ਹੈਗੀ ਹੈ ਪੜ੍ਹਨ ਦੀ, ਜੇ ਤੁਸੀਂ ਅਖਬਾਰ ਰਸਾਲੇ ਕਿਤਾਬਾਂ ਪੜ੍ਹਦੇ ਹੋ ਨਾ ਤੇ ਤਾਂ ਹੀ ਤੁਸੀਂ ਉਸ ਪਾਸੇ ਨੂੰ ਵੀ ਜਾਓਗੇ। ਬਿਲਕੁਲ, ਕਿਉਂਕਿ ਗਿਆਨ ਤਾਂ ਬਹੁਤ ਸਮੁੰਦਰ ਹੈ। ਇਹ ਨਹੀਂ ਜਿੰਨਾ ਜ਼ਿਆਦਾ ਗਿਆਨ ਆਪਾਂ ਨੂੰ ਆਊਗਾ ਉਨਾ ਹੀ ਉਹ ਘਟਦਾ ਜਾਏਗਾ। ਤੁਸੀਂ ਰੋਜ਼ ਸਿੱਖਦੇ ਹੋ, ਰੋਜ਼ ਸਿੱਖਦੇ ਹੋ, ਹੋਰ ਜ਼ਿਆਦਾ। ਪਿੱਛੇ ਇੱਕ ਪੜ੍ਹਿਆ ਸੀ ਚਾਈਨਾ ਦਾ ਇੱਕ ਬਜ਼ੁਰਗ 80 ਸਾਲ ਦਾ, ਉਹ ਕਿਸੇ ਸੰਸਥਾ ਦੇ ਲਾਗੇ ਗਿਆ ਤੇ ਉਹ ਸੰਸਥਾ ਦੇ ਬੰਦਿਆਂ ਨੂੰ ਕਹਿੰਦਾ ਵੀ ਮੈਂ ਫ੍ਰੈਂਚ ਸਿੱਖਣੀ, ਸੌਰੀ ਚੀਨੀ ਭਾਸ਼ਾ ਸਿੱਖਣੀ। ਉਹ ਕਹਿੰਦੇ ਵੀ ਚੀਨੀ ਭਾਸ਼ਾ ਬਹੁਤ ਔਖੀ ਹੈ ਸਿੱਖਣੀ।
ਤੇ ਉਹ ਬੰਦਾ ਉਹਨੂੰ ਕਹਿੰਦਾ ਵੀ ਬਾਬਾ ਤੂੰ 80 ਸਾਲ ਦਾ ਹੋ ਗਿਆ, ਹੁਣ ਤੂੰ ਕਰਨਾ, ਤੂੰ ਤਾਂ ਮਰਨ ਕਿਨਾਰੇ ਆ। ਕਹਿੰਦਾ ਮੈਂ ਮਰਨ ਬਾਰੇ ਕਦੀ ਸੋਚਿਆ ਹੀ ਨਹੀਂ, ਮੈਂ ਤਾਂ ਮਰਨ ਬਾਰੇ ਸੋਚਿਆ ਹੀ ਨਹੀਂ ਵੀ ਮਰਨਾ, ਮੈਂ ਤਾਂ ਸਿੱਖਣਾ ਹੈ ਤੇ ਮੈਂ ਸਿੱਖਣਾ। ਤੇ ਉਹ 80 ਸਾਲ ਦਾ ਬਾਬਾ ਚਾਈਨੀ ਸਿੱਖ ਰਿਹਾ, ਔਰ ਇਹ ਆਸ਼ਾਵਾਦੀ ਹੋ ਕੇ ਤੇ ਮੈਨੂੰ ਆਸ ਹੈ ਵੀ ਮੈਂ ਇਹ ਸਿੱਖੂੰਗਾ ਤੇ ਸਿੱਖ ਕੇ ਨਿਕਲੂੰਗਾ। ਇੱਦਾਂ ਦੇ ਲੋਕ ਜਿਹੜੇ ਨੇ ਇਹ ਸਾਰੀ ਉਮਰ ਸਿੱਖਣ ਦੀ। ਕਿਤਾਬਾਂ ਕਿਸੇ ਬੱਚਿਆਂ ਵਾਸਤੇ ਨਹੀਂ, ਅੱਜ ਵੱਖਰੀ ਗੱਲ ਹੈ ਵੀ ਬਹੁਤ ਐਡਵਾਂਸ ਯੁੱਗ ਹੋ ਗਿਆ, ਬੱਚਿਆਂ ਦੀਆਂ ਕਾਮਰਸ ਜਿਹੜੀਆਂ ਕਿਤਾਬਾਂ ਆਈਆਂ ਬੱਚਿਆਂ ਦੇ ਸੰਬੰਧਿਤ ਬਹੁਤ ਕੁਝ ਉਹਦੇ ਚੋਂ ਤੁਹਾਨੂੰ ਉਹ ਬੱਚਿਆਂ ਨੂੰ ਮਿਲ ਸਕਦਾ। ਉਹਨਾਂ ਦੇ ਐਂਟਰਟੇਨਮੈਂਟ ਦੇ ਬਹੁਤ ਬਹੁਤ ਵਧੀਆ ਉਹ ਲੇਖ ਨੇ, ਆਰਟੀਕਲ, ਹਰ ਤਰ੍ਹਾਂ ਦੀ ਬੁੱਕਸ ਜਿਹੜੀਆਂ ਅਵੇਲੇਬਲ ਨੇ, ਬੱਚਿਆਂ ਲਈ ਵੀ ਅਵੇਲੇਬਲ ਨੇ, ਬੜਿਆਂ ਲਈ। ਤੇ ਇਹ ਰੁਚੀ ਜਿਹੜੀ ਪੈਦਾ ਹੁੰਦੀ ਹੈ ਨਾ, ਇਹ ਹੁੰਦੀ ਅਸਲ 'ਚ ਛੋਟੀ ਅਵਸਥਾ ਤੋਂ ਹੀ। ਜੀ ਬਿਲਕੁਲ। ਅਸੀਂ ਹੈ ਤੇ ਛੋਟੀ ਅਵਸਥਾ ਤੋਂ ਹੀ ਬੁੱਕਸ ਨਾਲ ਪ੍ਰੇਮ ਰਿਹਾ ਜੀ। ਦੁਨੀਆ ਦੇ ਬਹੁਤ ਜਿਹੜੇ ਵਿਗਿਆਨੀ ਨੇ ਨਾ, ਜਾਂ ਜਿਨ੍ਹਾਂ ਨੇ ਇੱਕ ਚੰਗਾ ਅਸਾਰੂ ਅਗਾਂਹ ਵਧੂ ਜੀ ਜੋ ਕੁਝ ਲਿਖਿਆ, ਅਸੀਂ ਯਤਨ ਕੀਤਾ ਉਹਨੂੰ ਪੜ੍ਹਨ ਦਾ, ਤੇ ਉਹਨੂੰ ਪੜ੍ਹ ਕੇ ਆਪਣੀ ਜੀਵਨ ਦੇ ਨਾਲ ਜਿੰਨਾ ਕੁ ਜੋੜ ਸਕਦੇ ਹਾਂ, ਜਿੰਨਾ ਕੁ ਤੋਂ ਗਿਆਨ ਲੈ ਕੇ ਅਸੀਂ ਬੋਲ ਰਹੇ ਹਾਂ, ਤੇ ਉਹ ਉਸੇ ਦਾ ਹੀ ਪ੍ਰਤਾਪ ਹੈ ਜੀ। ਅਜੇ ਬਹੁਤ ਕੁਝ ਪਿਆ ਜਿਹੜਾ ਸਾਨੂੰ ਸਿੱਖਣ ਦਾ ਮਿਲਦਾ। ਸੋ ਇਸ ਕਰਕੇ ਕੋਸ਼ਿਸ਼ ਯਤਨ ਕਰੋ ਕਿ ਸਿਰਫ ਆਪਾਂ ਇੱਕ ਪਾਸੇ ਹੀ ਰੁਝਾਨ ਨਾ ਰੱਖੋ ਕਿ ਅਸੀਂ ਧਾਰਮਿਕ ਪੱਖ ਦੇ ਵਾਲੇ ਪਾਸਿਓਂ ਇਹੀ ਪੜ੍ਹਨਾ ਜੋ ਧਾਰਮਿਕ ਸਾਡਾ ਸਾਹਿਤ, ਸੱਭਿਆਚਾਰ, ਸਾਹਿਤ ਹੈ, ਲਿਟਰੇਚਰ ਹੈ ਜਾਂ ਸਾਹਿਤ ਹੈ, ਇਹੀ ਪੜ੍ਹਨਾ ਨਹੀਂ। ਅਸੀਂ ਹਰ ਜਿਵੇਂ ਆਪਾਂ ਪਹਿਲਾਂ ਵੀ ਕਹਿੰਦੇ ਰਹੇ ਹਾਂ ਵੀ ਬੋਲੀਆਂ ਭਾਵੇਂ ਦੁਨੀਆ ਭਰ ਦੀਆਂ ਕਿੰਨੀਆਂ ਵੀ ਨੇ, ਭਾਵੇਂ ਸਾਡੀ ਮਾਂ ਬੋਲੀ ਪੰਜਾਬੀ ਮਾਂ ਬੋਲੀ ਹੈ, ਬਾਕੀ ਸਾਰੀਆਂ ਭਾਸ਼ਾਵਾਂ ਨੂੰ ਸਿੱਖੋ, ਪਰ ਬੋਲੀ ਸਾਡੀ ਮਾਂ ਬੋਲੀ ਪੰਜਾਬੀ ਹੈ, ਇਹਨੂੰ ਵਿਸਾਰੋ ਨਾ। ਇਸ ਕਰਕੇ ਆਪਾਂ ਚਾਹੁੰਦੇ ਹਾਂ ਕਿ ਸਾਰੀ ਦੁਨੀਆ ਦੇ ਵਿੱਚੋਂ ਸਿੱਖਿਅਤ ਜਿਹੜੀਆਂ ਨੇ ਉਹ ਵੱਖ-ਵੱਖ ਸਾਧਨਾਂ ਰਾਹੀਂ, ਇੰਟਰਨੈਟ ਰਾਹੀਂ ਜਾਂ ਕਿਤੇ ਵੀ ਤੁਸੀਂ ਸਾਰਾ ਸਿੱਖੋ, ਪਰ ਕਿਤਾਬਾਂ ਜਿਹੜੀਆਂ ਉਹ ਪੜ੍ਹਨੀਆਂ ਨਾ ਭੁੱਲੋ। ਬਿਲਕੁਲ, ਇਹੀ ਕਹਿਣ ਦਾ ਭਾਵ ਇਹ ਹੈ ਕਿ ਬੁੱਕਸ ਨੇ ਜਿਹੜੀਆਂ ਉਹਨਾਂ ਦੀ ਇਹ ਜਿਹੀ ਆਦਤ ਪਾਓ ਕਿ ਡੇਲੀ ਪੜ੍ਹੋ, ਡੇਲੀ ਰੀਡ ਕਰੋ, ਤਾਂ ਕਿ ਸਫਲਤਾ ਮਿਲੇ। ਤੋ ਇਸੇ ਪ੍ਰੇਮ ਭਾਵਨਾ ਨੂੰ ਪ੍ਰਗਟ ਕਰਦਿਆਂ ਹੋਇਆ ਨਾ ਵੀ ਇਹ ਲੋਕਾਂ ਦੇ ਅੰਦਰ ਇੱਕ ਆਧਾਰ ਬਣੇ, ਇਹਨੂੰ ਦੇਖਦਿਆਂ ਹੋਇਆ ਹੀ ਮਤਲਬ ਜਿਹੜਾ ਹੈਗਾ ਪੁਸਤਕ ਜਿਹੜਾ ਦਿਵਸ ਹੈ ਜੀ, ਜਿਵੇਂ ਬਾਕੀ ਪਿੱਛੇ ਅਸੀਂ ਮਹਿਲਾ ਦਿਵਸ ਬਣਾ ਕੇ ਹਟੇ ਹਾਂ, ਫਿਰ ਅਸੀਂ ਹੋਰ ਕਈ ਦਿਵਸ ਬਣਾਏ ਨੇ, ਇਸੇ ਤਰ੍ਹਾਂ ਜਿਹੜੇ ਦਿਵਸ ਨੇ ਉਹ ਪੁਸਤਕ ਦਾ ਜਿਹੜਾ ਨੂੰ ਯਾਦ ਕਰਨ ਵਾਸਤੇ ਇਸ ਇਤਿਹਾਸ ਨੂੰ ਉਹ ਅਸੀਂ ਜਿਹੜਾ ਉਹ ਦਿਵਸ ਮਨਾਉਣਾ ਸ਼ੁਰੂ ਕਰਤਾ। 23 ਅਪ੍ਰੈਲ 1993 ਨੂੰ ਯੂਨੈਸਕੋ ਨੇ ਇਹ ਜਿਹੜਾ ਅਸੀਂ ਪੁਸਤਕ ਮੇਲਾ, ਜਿਹੜਾ ਪੁਸਤਕ ਦਿਵਸ ਹੈ, ਉਹ ਮਨਾਉਣ ਦੀ ਸ਼ੁਰੂਆਤ ਕਰਤੀ। ਯੂਨੈਸਕੋ ਨੇ 23 ਅਪ੍ਰੈਲ ਨੂੰ 1923 'ਚ ਇਹ ਜਿਹੜੀ ਹੈ ਉਹਦੀ ਸ਼ੁਰੂਆਤ ਕਰ ਦਿੱਤੀ ਗਈ। ਸੋ 23 ਅਪ੍ਰੈਲ ਤੋਂ ਬਾਅਦ ਸਪੇਨ ਨੇ ਆਪਣੇ ਉੱਥੇ ਜਿਹੜਾ ਹੈਗਾ ਉਹ ਦਿਵਸ ਮਨਾਇਆ, ਤੇ ਇਸ ਤੋਂ ਪਹਿਲਾਂ ਇਹਨੂੰ ਜਿਹੜਾ ਦਿਵਸ ਸੀ ਇਹ ਗੁਲਾਬ ਦੇ ਮੇਲੇ ਦੇ ਤੌਰ ਤੇ, ਗੁਲਾਬ ਦਿਨ ਕਰਕੇ ਇਹਨੂੰ ਮਨਾਇਆ ਜਾਂਦਾ ਸੀ। ਤੇ ਅੱਜ ਜਿਹੜਾ ਯੂਨੈਸਕੋ ਹੈ ਇਹ ਹਰ ਸਾਲ ਇਹ ਜਿਹੜਾ ਪੁਸਤਕ ਜਿਹੜਾ ਦਿਵਸ ਹੈ ਉਹਨੂੰ ਮਨਾਉਂਦੀ ਹੈ, ਤੇ ਇਸ ਭਾਗ ਤੇ ਉਹ ਜਿਹੜਾ ਦਿਵਸ ਬਣਾਉਂਦੀ ਹੈ ਉਹਦੇ 'ਚ ਹਰ ਦੇਸ਼ ਇਸ ਵੇਲੇ 100 ਦੇਸ਼ ਨੇ ਜਿਹੜੀ ਇਹ ਮਤਲਬ ਪੁਸਤਕ ਜਿਹੜਾ ਉਹ ਦਿਵਸ ਮਨਾਉਂਦੇ ਆ ਰਹੇ ਨੇ। ਤੇ ਹਰ ਸਾਲ ਯੂਨੈਸਕੋ ਜਿਹੜੀ ਹੈ ਉਹ ਵਿਸ਼ਵ ਪੱਧਰ ਦੇ ਉੱਤੇ ਕਿਸੇ ਇੱਕ ਦੇਸ਼ ਨੂੰ ਜਿਹੜਾ ਉਹ ਰਾਜਧਾਨੀ, ਜਿੱਦਾਂ ਆਪਾਂ ਕਹਿ ਦਿੰਦੇ ਆ, ਇੱਕ ਜਿਹੜਾ ਦਿਵਸ ਦਾ ਸਨਮਾਨ ਦਿੰਦੀ ਹੈ, ਉਹ ਸਨਮਾਨ ਦਿੰਦੀ ਹੈ। ਸੋ ਇਸੇ ਕਰਕੇ ਸਾਡੇ ਹਿੰਦੁਸਤਾਨ ਨੂੰ ਵੀ ਉਹ ਜਿਹੜਾ ਖਿਤਾਬ ਹੈ ਉਹ 2005 'ਚ ਮਿਲ ਚੁੱਕਾ ਹੈ। ਯੂਨੈਸਕੋ ਨੇ ਭਾਰਤ ਦੀ ਰਾਜਧਾਨੀ ਦਿੱਲੀ 'ਚ ਇਹ 2005 'ਚ ਸਾਨੂੰ ਦਿਵਸ ਦਾ ਜਿਹੜਾ ਉਹ ਸਨਮਾਨ ਉਹ ਮਿਲ ਚੁੱਕਾ ਸਾਨੂੰ। ਸੋ ਇਸ ਕਰਕੇ ਜਿਹੜਾ ਇਹ ਤਿਉਹਾਰ ਹੈ ਪੁਸਤਕ ਦਾ, ਉਹ ਇਸ ਕਰਕੇ ਹੀ ਮਨਾਇਆ ਜਾਣ ਲੱਗਾ ਵੀ ਲੋਕੀ ਪੁਸਤਕਾਂ ਵਾਲੇ ਪਾਸੇ ਨੂੰ ਮਤਲਬ ਜਿਹੜਾ ਉਹ ਝੁਕਾਅ ਹੋਵੇ, ਲੋਕੀ ਪੁਸਤਕਾਂ ਪੜ੍ਹਨਗੇ, ਗਿਆਨ ਹੋਏਗਾ, ਗਿਆਨ ਲੈ ਕੇ ਉਹ ਗਿਆਨ ਵੀ ਅਧੂਰਾ ਹੈ ਜਿਹੜਾ ਗਿਆਨ ਤੁਸੀਂ ਲੈ ਕੇ ਆਪਣੇ ਅੰਦਰ ਹੀ ਉਹਨੂੰ ਖਤਮ ਕਰ ਦਿੰਦੇ ਹੋ। ਗਿਆਨ ਉਹ ਹੈ ਜਿਹੜਾ ਵੰਡਿਆ ਜਾ ਸਕੇ, ਗਿਆਨ ਆਪ ਹਾਸਲ ਕਰੋ ਤੇ ਦੂਸਰਿਆਂ ਨੂੰ ਵੰਡੋ।
ਬਿਲਕੁਲ ਦੂਸਰਿਆਂ ਨੂੰ ਵੰਡੋ। ਬਿਲਕੁਲ ਇਹ ਮਤ ਸੋਚੋ ਜਿਹੜੀ ਪਹਿਲੀ ਤੁਸੀਂ ਗੱਲ ਕਹੀ ਹੈ, ਹੰਕਾਰ ਵਾਲੀ। ਉਹ ਗੱਲ ਕਹੀ ਹੈ ਹੰਕਾਰ ਦੀ, ਤੁਸੀਂ ਕਹੀ ਹਾਂ। ਵੀ ਜੇ ਕਿਤਾਬ ਬੁੱਕਸ ਸਾਡੇ ਸਿਰ ਤੇ ਹੈਵੀ ਹੋ ਗਈ ਤਾਂ ਹੰਕਾਰ ਹੋ ਜਾਏਗਾ। ਕਿਉਂਕਿ ਬਹੁਤ ਬੰਦੇ ਮੈਂ ਦੇਖੇ ਨੇ ਧਾਰਮਿਕ ਖੇਤਰ 'ਚ ਖਾਸ ਕਰਕੇ, ਬਿਲਕੁਲ ਉਹ ਹੰਕਾਰ ਕਰ ਜਾਂਦੇ ਨੇ, ਉਹ ਉਸ ਚੀਜ਼ ਹੰਕਾਰ ਦਾ ਕਰਦੇ ਨੇ ਕਿ ਸਾਨੂੰ ਕਿ ਇਹ ਮੇਰੇ ਸਭ ਤੋਂ ਕੁਝ ਆ ਗਿਆ, ਤੇ ਦੂਜੇ ਨੂੰ ਗੁਣ ਦੇਣ ਤੋਂ ਪਹਿਲਾਂ ਸੋਚਦੇ ਵੀ ਨਹੀਂ ਅਸੀਂ ਇਹਨੂੰ ਗੁਣ ਨਹੀਂ ਦੇਣਾ। ਉਹਨਾਂ ਨੂੰ ਐਵੇਂ ਹੋ ਜਾਂਦਾ ਕਿ ਕਿਤੇ ਇਹ ਸਾਡੇ ਤੋਂ ਅੱਗੇ ਨਾ ਨਿਕਲ ਜਾਵੇ ਜੇ ਅਸੀਂ ਇਹਨੂੰ ਗੁਣ ਦਿੱਤਾ। ਬਹੁਤ ਬੰਦਿਆਂ ਨੂੰ ਇਹ ਭਰਮ ਹੋ ਜਾਂਦਾ। ਕੋਈ ਵੀ ਇਸ ਤਰ੍ਹਾਂ ਦਾ ਨਾ ਕਰੋ। ਅਗਰ ਆਪਾਂ ਕਿਸੇ ਨੂੰ ਗੁਣ ਦਿੰਨੇ ਆ ਤਾਂ ਉਹ ਆਪਣੇ ਲਈ ਚੰਗੀ ਗੱਲ ਹੈ। ਬਿਲਕੁਲ। ਸੋ ਇਸ ਕਰਕੇ ਉਹਨਾਂ ਨੂੰ ਇਹ ਭਰਮ ਹੋ ਜਾਂਦਾ ਹੈ ਕਿ ਇਹ ਗਿਆਨ ਸਿਰਫ ਮੇਰੇ ਕੋਲ ਹੀ ਆ ਜੀ। ਬਿਲਕੁਲ ਮੇਰੇ ਕੋਲ ਗਿਆਨ ਦਾ ਭੰਡਾਰ ਹੈ। ਉਹ ਇੰਨੇ ਹੰਕਾਰ 'ਚ ਆ ਜਾਂਦੇ ਨੇ ਜੀ, ਤੇ ਉਹਨਾਂ ਦਾ ਫਿਰ ਅੰਤ ਜਿਹੜਾ ਹੁੰਦਾ ਉਹ ਬਹੁਤ ਹੀ ਮਾੜਾ ਅੰਤ ਹੁੰਦਾ। ਕਿਉਂਕਿ ਕਦੇ ਵੀ ਹੰਕਾਰ ਨਹੀਂ ਕਰਨਾ ਚਾਹੀਦਾ। ਜੇ ਤੁਹਾਨੂੰ ਗਿਆਨ ਹੈ ਤੇ ਉਸ ਗਿਆਨ ਨੂੰ ਵੰਡਣ ਦੀ ਕੋਸ਼ਿਸ਼ ਕਰੋ। ਬਿਲਕੁਲ। ਚਾਹੇ ਉਹ ਡਾਕਟਰ ਹੈ ਜੀ, ਚਾਹੇ ਉਹ ਵਿਗਿਆਨੀ ਹੈ, ਚਾਹੇ ਉਹ ਧਾਰਮਿਕ ਖੇਤਰ ਦੇ ਅੰਦਰ ਕੋਈ ਪ੍ਰਚਾਰਕ ਹੈ ਜੀ। ਬਿਲਕੁਲ। ਚਾਹੇ ਕੋਈ ਸਿਆਸੀ ਆਗੂ ਹੈ ਜੀ। ਬਿਲਕੁਲ। ਠੀਕ ਹੈ ਜੀ। ਜੀ। ਈਵਨ ਦੈਨ ਜਿਹੜੇ ਵੀ ਬੰਦੇ ਨੂੰ ਜਿੰਨਾ ਵੀ ਗਿਆਨ ਹੈ ਉਹ ਗਿਆਨ ਵੰਡਣ ਦੀ ਕੋਸ਼ਿਸ਼ ਕਰੋ। ਜੀ। ਬਿਲਕੁਲ। ਗਿਆਨ ਆਪਣੇ ਅੰਦਰ ਲੈ ਕੇ ਨਾ ਖਤਮ ਕਰੋ। ਈਗੋ ਦਾ ਜਿਹੜਾ ਈਗੋ ਤੇ ਹੰਕਾਰ ਹੈ ਇਹ ਪੈਦਾ ਨਾ ਕਰੋ। ਇਹਦੀ ਮਾਰ ਬਹੁਤ ਇਹ ਵੱਖਰੀ ਗੱਲ ਹੈ ਕਿ ਜਿਸ ਬੰਦੇ ਕੋਲ ਪੈਸਾ ਤੇ ਲਾ ਜਾਂਦਾ, ਜਿਹਦੇ ਕੋਲ ਸਾਰੇ ਸੁੱਖ ਆਰਾਮ ਆ ਜਾਂਦੇ ਨੇ, ਉਹ ਹੰਕਾਰੀ ਹੋ ਜਾਂਦਾ। ਹੰਕਾਰੀ ਹੋ ਜਾਂਦਾ, ਉਹਨੂੰ ਫਿਰ ਕੁਝ ਨਹੀਂ ਦਿਖਦਾ ਨਹੀਂ। ਉਹ ਫਿਰ ਭੈੜੀਆਂ ਜਿਹੜੀਆਂ ਹਰਕਤਾਂ ਵੱਲ, ਭੈੜੀਆਂ ਆਦਤਾਂ ਵੱਲ, ਭੈੜੇ ਕੰਮਾਂ ਵੱਲ ਉਹ ਜਿਹੜਾ ਪ੍ਰੇਰਿਤ ਹੋ ਜਾਂਦਾ। ਤੇ ਜੇ ਉਹੀ ਬੰਦਾ ਗਿਆਨ ਮੰਨਣ ਨਾਲ ਚੱਲ ਪਾਸੇ ਚੱਲ ਜੇ ਤੇ ਉਹ ਇੱਕ ਰੱਬ ਦਾ ਰੂਪ ਗਿਣਿਆ ਜਾਂਦਾ। ਕਿਉਂਕਿ ਆਇਆ ਤਾਂ ਸਾਰਾ ਕੁਝ ਸਾਨੂੰ ਉਹਦੇ ਸਹਾਰੇ ਨਾਲ ਹੈ ਜੀ। ਤੇ ਜੇ ਅਸੀਂ ਸਿੱਖਿਆ ਤੇ ਸਾਨੂੰ ਇਹ ਚੰਗੀ ਤਰ੍ਹਾਂ ਇਹ ਵੰਡਣਾ ਜ਼ਰੂਰੀ ਚਾਹੀਦਾ। ਬਿਲਕੁਲ। ਸੋ ਕਦੇ ਵੀ ਈਗੋ 'ਚ, ਕਦੇ ਵੀ ਇਹ ਜਿਹੜੀਆਂ ਹੰਕਾਰ 'ਚ ਨਹੀਂ ਆਉਣਾ। ਤੇ ਵੱਧ ਤੋਂ ਵੱਧ ਜਿੰਨੀਆਂ ਵੀ ਤੁਸੀਂ ਕਿਤਾਬਾਂ ਪੜ੍ਹਨ ਦੀ ਕੋਸ਼ਿਸ਼ ਕਰੋਗੇ ਓਨਾ ਹੀ ਤੁਹਾਨੂੰ ਜਿਹੜਾ ਉਹ ਗਿਆਨ ਹਾਸਲ ਹੋਏਗਾ। ਬਿਲਕੁਲ। ਅੱਜ ਜਿੰਨੇ ਵੀ IAS ਅਫਸਰ ਨੇ ਜਾਂ ਜਿੰਨੇ PCS ਅਫਸਰ ਨੇ ਜਾਂ ਹਾਇਰ ਐਜੂਕੇਟਡ ਨੇ, ਉਹ ਕਿਤਾਬਾਂ ਦੇ ਸਹਾਰੇ ਨੇ ਜੀ। ਬਿਲਕੁਲ। ਸਾਨੂੰ ਗਿਆਨ ਹੈ ਆਪਣੇ ਆਲੇ ਦੁਆਲੇ ਦਾ ਹੀ ਹੈ ਜੀ। ਜੇ ਅਸੀਂ ਹੋਰ ਗਿਆਨ ਹਾਸਲ ਕਰਨਾ ਤਾਂ ਸਾਨੂੰ ਹੋਰ ਕਿਤਾਬਾਂ ਪੜ੍ਹਨੀਆਂ ਪੈਣਗੀਆਂ। ਬਿਲਕੁਲ। ਕਿਤਾਬਾਂ ਹੀ ਤੁਹਾਡੀ ਜ਼ਿੰਦਗੀ ਦਾ ਇੱਕ ਸਹਾਰਾ ਨੇ ਜੀ। ਸੋ ਇਸ ਜਿਹੜਾ ਮੈਂ 23 ਅਪ੍ਰੈਲ ਦੀ ਗੱਲ ਕੀਤੀ ਹੈ, 23 ਅਪ੍ਰੈਲ ਦੇ ਅਨੇਕਾਂ ਹੀ ਹੋਰ ਸਾਡੇ ਜਿੰਨੇ ਵੀ ਸਾਹਿਤਕਾਰ, ਬਹੁਤ ਸਾਹਿਤਕਾਰ ਜੀ, ਬਹੁਤ ਖੋਜੀ, ਸ਼ੇਕਸਪੀਅਰ ਵਰਗੇ, ਇਸੇ ਤਰੀਕ ਨੂੰ 23 ਤਰੀਕ ਵਾਲੇ ਨੂੰ ਕੁਝ ਜੰਮੇ ਤੇ ਕੁਝ ਇੱਥੋਂ ਰੁੱਸਤ ਹੋ ਗਏ ਜੀ। ਉਹਨਾਂ ਦੇ ਸ਼ਰਧਾਂਜਲੀ ਦੇ ਵਜੋਂ ਇਹ ਜਿਹੜਾ ਵੀ ਦਿਵਸ ਉਹਨਾਂ ਨੂੰ ਵੀ ਇਹ ਮੰਨਿਆ ਜਾਂਦਾ ਹੈ ਜੀ। ਬਿਲਕੁਲ। ਜਿਹੜਾ ਦਿਵਸ ਹੈ ਜੀ ਜੀ, ਇਹਦਾ ਉਹ ਵੀ ਇੱਕ ਦੂਸਰਾ ਰੂਪ ਵੀ ਹੈ ਵੀ ਇਸ 23 ਅਪ੍ਰੈਲ ਨੂੰ ਅਨੇਕਾਂ ਹੀ ਦੁਨੀਆ ਦੇ ਬਹੁਤ ਬਹੁਤ ਵੱਡੇ ਜਿਹੜੇ ਵਿਗਿਆਨੀ, ਲੇਖਕ, ਖੋਜਕਾਰ ਉਹ ਜੰਮੇ ਵੀ ਨੇ ਤੇ ਉਹ ਉਸੇ ਡੇਟ ਨੂੰ ਮਤਲਬ ਜਿਹੜੇ ਆ ਉਹ ਇਸ ਸੰਸਾਰ ਤੋਂ ਚਲੇ ਗਏ। ਤੇ ਇਹ ਜਿਹੜਾ ਸਾਡਾ ਤਿਉਹਾਰ ਹੈ, ਇਹ ਜਿਹੜਾ ਇਹ ਸਿਰਫ ਇੱਕ ਤਾਂ ਇਹਨੂੰ ਸ਼ਰਧਾਂਜਲੀ ਦੇ ਰੂਪ 'ਚ ਵੀ ਜੀ ਯਾਦ ਕੀਤਾ ਜਾਂਦਾ। ਦੂਸਰਾ ਪੁਸਤਕ ਦਾ ਜਿਹੜਾ ਦਿਵਸ ਹੈ ਇਹ ਉਹਨਾਂ ਲੋਕਾਂ ਨੂੰ, ਦੁਨੀਆ ਨੂੰ ਆਪਣੀ ਯਾਦ ਦਿਵਾਉਣ ਲਈ ਕਿ ਤੁਸੀਂ ਕਿਤਾਬਾਂ ਨਾਲ ਜੁੜੋ, ਕਿਤਾਬਾਂ ਨਾਲ ਪ੍ਰੇਮ ਕਰੋ, ਕਿਤਾਬਾਂ ਪੜ੍ਹੋ ਤਾਂ ਕਿ ਤੁਹਾਨੂੰ ਜਿਹੜਾ ਗਿਆਨ ਹੈ ਉਹ ਹਾਸਲ ਹੋਵੇ। ਬਿਲਕੁਲ। ਸੋ ਇਸ ਕਰਕੇ ਸਾਨੂੰ ਕਿਤਾਬਾਂ ਦਾ ਜ਼ਰੂਰ ਸਹਾਰਾ ਲੈਣ ਕੇ ਦਾ। ਦੂਸਰੀ ਗੱਲ ਹਰਪ੍ਰੀਤ ਜੀ ਮੈਂ ਵੀ ਕਹਾਂ ਵੀ ਕਦੇ ਵੀ ਤੁਸੀਂ ਕਿਤਾਬ ਪੜ੍ਹਨੀ ਹੋਵੇ ਨਾ, ਕਦੇ ਮੰਗ ਕੇ ਨਹੀਂ ਪੜ੍ਹਨੀ ਨਾ, ਜਾਂ ਇਹ ਨਹੀਂ ਕਹਿਣਾ ਵੀ ਮਤਲਬ ਤੁਸੀਂ ਉਹ ਕੇ ਐ ਕਰ ਲਈਏ। ਕਿਤਾਬ ਪੜ੍ਹਨੀ ਮੁੱਲ ਲੈ ਕੇ। ਅੱਛਾ। ਇਹ ਵੱਖਰੀ ਗੱਲ ਹੈ ਵੀ ਸਾਡੇ ਜੇ ਅੱਜ ਮੈਂ ਪਹਿਲਾਂ ਵੀ ਗੱਲ ਕਰ ਚੁੱਕਾ ਗੁਰਬਖਸ਼ ਸਿੰਘ ਲੜੀ ਹੋਣਿਆਂ ਦੀ, ਵੀ ਉਹਨਾਂ ਨੇ ਕਿਹਾ ਵੀ ਸਾਡੇ ਇੱਥੇ ਲਾਇਬ੍ਰੇਰੀਆਂ ਦੀ ਬਹੁਤ ਕਮੀ ਹੈ। ਜੇ ਅੱਜ ਵੀ ਸਰਕਾਰ ਸਾਡੇ ਪਿੰਡਾਂ ਦੇ ਅੰਦਰ ਜਿੱਥੇ ਠੇਕੇ ਖੋਲੀ ਫਿਰਦੀ ਹੈ, ਚੌਂਕ ਦੇ ਹਰ ਚੌਂਕ ਦੇ ਉੱਤੇ ਠੇਕਾ ਹੈ, ਜੇ ਉਹਦੀ ਜਗ੍ਹਾ ਦੇ ਉੱਤੇ ਕਿਤੇ ਲਾਇਬ੍ਰੇਰੀਆਂ ਬਣਾਈਆਂ ਹੁੰਦੀਆਂ, ਉਹਨਾਂ ਜਗ੍ਹਾ ਦੇ ਉੱਤੇ ਸਪੋਰਟਸ ਦੇ ਕੇਂਦਰ ਸਥਾਪਿਤ ਕੀਤੇ ਹੁੰਦੇ ਤੇ ਲੋਕੀ ਨਸ਼ੇ ਵੱਲ ਨਾ ਵੱਧਦੇ, ਲੋਕੀ ਗਿਆਨ ਹਾਸਲ ਕਰਦੇ। ਕੁਝ ਬੰਦੇ ਹੁੰਦੇ ਨੇ ਕਿੰਨਾ ਵਿਚਾਰਿਆਂ ਕੋਲ ਉਹ ਖਰੀਦਣ ਲਈ ਕੋਈ ਪੈਸਾ ਨਹੀਂ ਹੁੰਦਾ, ਪਰ ਮੈਂ ਉਹ ਵੀ ਲੇਖਕ ਵੇਖੇ ਨੇ ਜਿਹੜੇ ਆਪਣੇ ਮਤਲਬ ਜੇਬ ਖਰਚੇ ਤੋਂ ਪੈਸੇ ਕੱਢ ਕੇ ਬਚਾ ਕੇ ਉਹਦੇ ਚੋਂ ਵੀ ਜਿਹੜੀ ਆ ਉਹ ਜਿਹੜੀ ਆ ਬੁੱਕਸ ਹੈ ਉਹ ਪੜ੍ਹਦੇ ਨੇ। ਸਾਡੇ ਇੱਥੇ ਸੁਸਾਇਟੀਆਂ ਬਹੁਤ ਨੇ, ਪੰਜਾਬ ਲਿਖਾਰੀ ਸਭਾ ਇੱਥੇ ਹੈ, ਹੋਰ ਕਈ ਸਾਡੀਆਂ ਸਾਹਿਤ ਸਭਾਵਾਂ, ਸੱਭਿਆਚਾਰ ਕੇਂਦਰ ਇੱਥੇ ਹੈਗੇ ਨੇ ਜਿਹੜੇ ਮਤਲਬ ਹਰ ਸਮੇਂ ਦੇ ਉੱਤੇ ਕਿਸੇ ਨਾ ਕਿਸੇ ਕਵੀ ਨੂੰ, ਕਿਸੇ ਨਾ ਕਿਸੇ ਸਾਹਿਤਕਾਰ ਨੂੰ, ਕਿਸੇ ਨਾ ਕਿਸੇ ਲੇਖਕ ਨੂੰ
ਕਿਸੇ ਇਹ ਸਾਰਿਆਂ ਨੂੰ ਆਪਣੇ ਜਿਹੜੇ ਆ ਕਵੀ ਦਰਬਾਰ ਕਰਕੇ, ਸਾਹਿਤ ਸੰਮੇਲਨ ਕਰਕੇ, ਜਾਂ ਉਹ ਸਾਰਾ ਕੁਝ ਕਰਕੇ ਮੇਲੇ ਸੈਮੀਨਾਰ ਜਿਹੜੇ ਆ ਉਹ ਕਰਾਉਂਦੇ ਆ ਰਹੇ ਨੇ। ਉਹ ਜਿਹੜੇ ਸਾਡੇ ਜਿੰਨੇ ਵੀ ਇਹ ਸਾਡੇ ਸਭਾ ਸੁਸਾਇਟੀਆਂ ਵਾਲੇ ਬੰਦੇ ਨੇ, ਉਹ ਇਸ ਗੱਲ ਦੇ ਬਹੁਤ ਧੰਨਵਾਦੀ ਨੇ ਕਿ ਉਹਨਾਂ ਨੇ ਲੋਕਾਂ ਦੇ ਮਨਾਂ ਦੇ ਅੰਦਰ ਇੱਕ ਰੁਚੀ ਪੈਦਾ ਕਰਨ ਦੀ ਕੋਸ਼ਿਸ਼ ਕੀਤੀ, ਕਿਤਾਬਾਂ ਪੜ੍ਹਨ ਦੀ ਰੁਚੀ ਪੈਦਾ ਕੀਤੀ। ਸੋ ਉਹਨਾਂ ਨੇ ਚੰਗੀਆਂ ਕਿਤਾਬਾਂ ਦੇ ਕੇ ਸਾਡੇ ਇੱਥੇ ਮਨਮੋਹਨ ਸਿੰਘ ਦਾਊ ਜੀ ਨੇ ਬਹੁਤ ਵਧੀਆ, ਮਤਲਬ ਉਹ ਵੀ ਸਾਹਿਤਕਾਰ ਨੇ। ਬਲਦੇਵ ਸਿੰਘ ਸਾਡੇ ਇੱਥੇ ਮੋਹਾਲੀ ਦੇ ਨੇ, ਉਹ ਬਹੁਤ ਵਧੀਆ ਨੇ। ਬਹੁਤ ਅੱਛੇ ਜਿਹੜੇ ਸਾਹਿਤਕਾਰ ਨੇ, ਤੇਰਾ ਸਿੰਘ ਚੰਨ ਹੋਣੀ ਸੀ, ਬਹੁਤ ਵਧੀਆ ਜਿਹੜੇ ਸਾਡੇ ਇੱਥੇ ਸਾਹਿਤ ਸੱਭਿਆਚਾਰ ਨੂੰ ਉਤਸ਼ਾਹ ਕਰਨ ਵਾਸਤੇ ਪੁਸਤਕ ਮੇਲੇ ਲਾਉਂਦੇ ਨੇ। ਸਾਡੇ ਪੰਜਾਬ ਬੁੱਕ ਸੈਂਟਰ ਵਾਲੇ ਨੇ, ਜਾਂ ਹੋਰ ਕਈ ਪ੍ਰਕਾਸ਼ਨਾਂ, ਗੀਤ ਪ੍ਰਕਾਸ਼ਨ ਵਾਲੇ ਨੇ। ਕਿਸਾਨਾਂ ਦਾ ਸੰਘਰਸ਼ ਚੱਲ ਰਿਹਾ ਦਿੱਲੀ ਦੇ ਅੰਦਰ, ਉੱਥੇ ਸਾਡੇ ਉਹ ਅਗਾਂਹ ਵਧੂ ਸੋਚ ਦੇ ਬੰਦੇ ਜਿਹੜੇ ਸੀ, ਅਗਾਂਹ ਵਧੂ ਸੋਚ ਵਾਲੇ, ਵਿਗਿਆਨਕ ਸੋਚ ਵਾਲੇ, ਉਹਨਾਂ ਬੰਦਿਆਂ ਨੇ ਫ੍ਰੀ ਆਫ ਕਾਸਟ ਉੱਥੇ ਆਪਣੀਆਂ ਜਿਹੜੀਆਂ ਨੇ ਉਹ ਸਟਾਲਾਂ ਲਾਈਆਂ, ਜਿੱਥੇ ਕਿਸਾਨੀ ਦੇ ਅੰਦਰ ਗੀਤਕਾਰਾਂ ਨੇ ਆਪਣੇ ਗੀਤਾਂ ਦੇ ਰਾਹੀਂ ਜੋਸ਼ ਭਰਿਆ। ਉੱਥੇ ਸਾਡੀਆਂ ਕਿਤਾਬਾਂ ਨੇ ਉਹਨਾਂ ਕਿਸਾਨਾਂ ਦੇ ਅੰਦਰ ਇੱਕ ਐਸਾ ਜੋਸ਼ ਭਰਿਆ ਕਿ ਅੱਜ ਵੀ ਕਿਸਾਨ ਜਿਹੜੇ ਨੇ ਉਹ ਹਿੰਦੁਸਤਾਨ ਦੀ ਸਰਕਾਰ ਦੇ ਖਿਲਾਫ ਡਟੇ ਹੋਏ ਨੇ। ਤੇ ਇਸ ਦੇ ਨਾਲ ਹੀ ਜਿਵੇਂ ਅੱਜ ਕੱਲ ਬੜਾ ਮਤਲਬ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ, ਠੇਕੇ ਦੇ ਬਾਹਰ ਸਕੂਲ ਖੋਲੇ ਜਾ ਰਹੇ ਨੇ। ਇਹ ਤਾਂ ਇੱਕ ਬਹੁਤ ਕੁਰੀਤੀ ਹੈ। ਭਾਵੇਂ ਸਾਡੀਆਂ ਸਰਕਾਰਾਂ ਨੂੰ ਲੱਗਦਾ ਹੈ ਕਿ ਸਾਡੀ ਇਨਕਮ ਦਾ ਸਾਧਨ ਹੈ, ਸਾਨੂੰ ਟੈਕਸ ਆਉਂਦਾ ਹੈ, ਪਰ ਇਹ ਸਾਡੀ ਸੋਚ ਨੂੰ ਖੁੰਡਿਆ ਕਰਨ ਵਾਸਤੇ ਆ, ਸਾਡੇ ਅੰਦਰ ਬਿਮਾਰੀਆਂ ਪੈਦਾ ਕਰਨ ਵਾਸਤੇ ਆ। ਜਦੋਂ ਕਿ ਬਣਦਾ ਤੇ ਆ ਵੀ ਇਨਕਮ ਉਹਦੇ ਸੋਰਸ ਹੋਰ ਵੀ ਬਹੁਤ ਨੇ, ਪਰ ਉਹ ਕਹਿ ਰਹੇ ਨੇ, ਸਕੂਲਾਂ ਨੇ ਕਹਿ ਰਹੇ ਨੇ ਕਿ ਸਾਨੂੰ ਤਾਂ ਸਕੂਲ ਖੋਲਣ ਨਹੀਂ ਦੇਣੇ, ਠੇਕੇ ਖੋਲ ਰਹੇ ਨੇ। ਬੱਚਿਆਂ ਤੋਂ ਜ਼ਿਆਦਾ, ਬੱਚਿਆਂ ਦੀ ਪੜ੍ਹਾਈ ਤੋਂ ਜ਼ਿਆਦਾ ਦਾਰੂ ਪੀਣੀ ਬਹੁਤ ਜ਼ਰੂਰੀ ਕਹਿ ਰਹੀ ਹੈ ਸਰਕਾਰ। ਇਸ ਕਰਕੇ ਸਕੂਲ ਜਿੰਨੇ ਵੀ ਸਾਰੇ ਉਹ ਠੇਕੇ ਦੇ ਬਾਹਰ ਖੋਲੇ ਗਏ, ਠੇਕੇ ਦੇ ਬਾਹਰ ਖੋਲੇ ਗਏ। ਇਹ ਹਰਪ੍ਰੀਤ ਜੀ, ਇਹ ਤਾਂ ਸਰਕਾਰੀ ਟ੍ਰੈਂਡ ਹੈ, ਇੱਕ ਝੂਠ ਹੈ। ਜਦੋਂ ਕਿ ਬੱਚੇ ਨੂੰ ਤੇ ਕਿਤਾਬ ਚਾਹੀਦੀ ਹੈ, ਸਕੂਲ ਚਾਹੀਦੇ ਹੈ, ਸਕੂਲ ਬੰਦ ਨੇ ਤੇ ਠੇਕੇ ਖੁੱਲੇ ਨੇ। ਬਿਲਕੁਲ, ਜਿਹੜੀਆਂ ਚੀਜ਼ਾਂ ਖੁੱਲਣੀਆਂ ਚਾਹੀਦੀਆਂ ਸੀ, ਜਿਹੜੀ ਚੀਜ਼ ਦੇ ਨਾਲ ਇਕਨੋਮਿਕ ਸਾਡੀ ਲੋਕਾਂ ਦੀ ਸਿਹਤ ਜੁੜੀ ਹੋਈ ਹੈ, ਜਿਹਦੇ ਨਾਲ ਸਾਡਾ ਸਿਸਟਮ ਜੁੜਿਆ ਹੋਇਆ, ਜਿਹੜੀ ਮਨੁੱਖਤਾ ਹੈ, ਉਹਨੂੰ ਨਸ਼ਿਆਂ ਵੱਲ ਥੋੜ੍ਹਾ ਕਰੇਵ ਕਰਨਾ। ਮੈਂ ਪਿਛਲੇ ਦਿਨੀ ਵੀ ਬੋਲਿਆ ਸੀ, ਕਿਹਾ ਸੀ ਵੀ ਸਾਡੀ ਇੱਥੋਂ ਦੀ ਸਿਹਤ ਮੰਤਰੀ ਜਿਹੜੀ ਸਾਬਕਾ ਸਿਹਤ ਮੰਤਰੀ ਰਹੀ ਹੈ ਬੀਬੀ ਨਵਜੋਤ ਕੌਰ, ਨਵਜੋਤ ਸਿੱਧੂ ਦੀ ਵਾਈਫ, ਉਹ ਇੱਥੇ ਫੀਮ ਦੀ ਖੇਤੀ ਦੀ ਸ਼ੁਰੂਆਤ ਦੀ ਗੱਲ ਕਰ ਰਹੀ ਹੈ। ਕਹਿੰਦੀ ਮੇਰਾ ਘਰ ਵਾਲਾ 1 ਲੱਖ ਦੀ ਹਫ਼ਤੇ ਦੀ ਫੀਮ ਖਾ ਜਾਂਦਾ। ਜੋ ਇਹੋ ਜਿਹੇ ਸਾਡੇ ਸੰਬੋਧਨਕਾਰ ਜਿਹੜੇ ਸਾਡੇ ਸੈਲੀਬ੍ਰਿਟੀ ਹੈ, ਇਹ ਇਦਾਂ ਦੀਆਂ ਗੈਰ ਵਿਗਿਆਨਕ ਗੱਲਾਂ ਕਰਨਗੇ। ਉਹਦੇ ਨਾਲੋਂ ਚੰਗਾ ਹੁੰਦਾ ਵੀ ਲੋਕਾਂ ਨੂੰ ਜੈਵਿਕ ਖੇਤੀ ਵਾਲੇ ਪਾਸੇ, ਆਰਗੈਨਿਕ ਖੇਤੀ ਵਾਲੇ ਪਾਸੇ ਪ੍ਰੇਰਿਤ ਕਰਦੇ। ਸਰਕਾਰ ਨੂੰ ਕਹਿੰਦੇ ਵੀ ਜਿਹੜੀਆਂ ਸਾਡੀਆਂ ਇਹ ਖੇਤੀ ਹੈ, ਪਾਣੀ ਵਾਲੀ ਜਿਹੜੇ ਝੋਨਾ ਕਣਕ ਹੈ, ਇਹਦਾ ਬਦਲ ਲੱਭ ਕੇ ਇੱਕ ਜੈਵਿਕ ਖੇਤੀ ਜਿਹੜੀ ਹੈ ਇਸ ਪਾਸੇ ਜ਼ਿਮੀਂਦਾਰਾਂ ਨੂੰ ਮਤਲਬ ਐਕਸਾਈਟ ਕੀਤਾ ਜਾਵੇ, ਜ਼ਿਮੀਂਦਾਰਾਂ ਨੂੰ ਇਸ ਪਾਸੇ ਲਾਇਆ ਜਾਵੇ। ਉਹਨਾਂ ਦੇ ਖਰਚੇ ਘਟਣ, ਉਹਨਾਂ ਨੂੰ ਖਰਚੇ ਕਰਕੇ ਉਹਨਾਂ ਦੀਆਂ ਜਿਹੜੀਆਂ ਮੰਡੀਆਂ ਨੇ, ਜਿਹੜੀਆਂ ਸਾਡੀਆਂ ਇਹਦੀਆਂ ਮੰਡੀਆਂ ਪੈਦਾ ਕਰਨ ਤਾਂ ਕਿ ਲੋਕਾਂ ਦੀ ਸਿਹਤ ਲਈ ਵੀ, ਖਾਦਾਂ ਦੀ ਵੀ ਕਮੀ ਘੱਟ ਹੋਵੇ, ਧਰਤੀ ਦਾ ਜਿਹੜਾ ਪਾਣੀ ਖਤਮ ਹੁੰਦਾ ਜਾਂਦਾ ਇਹਦਾ ਵੀ ਬਚਾਅ ਹੋਵੇ, ਔਰ ਸਿਹਤ ਵੀ ਜਿਹੜੀ ਆ ਉਹ ਪੱਖੋਂ ਮਜ਼ਬੂਤ ਹੋਵੇ। ਪਰ ਉਸ ਪਾਸੇ ਨਹੀਂ ਉਹਨਾਂ ਨੇ ਸਲਾਹਾਂ ਦੇਣੀਆਂ, ਉਹ ਫੀਮ ਵਾਲੇ ਪਾਸੇ ਜਾਣਗੇ, ਠੇਕਿਆਂ ਵਾਲੇ ਪਾਸੇ ਜਾਣਗੇ। ਕੱਲ ਨੂੰ ਕਹਿਣਗੇ ਭੁੱਕੀ ਦੇ ਠੇਕੇ ਵੀ ਖੋਲ ਦਿਓ। ਸੋ ਇਹ ਗੱਲਾਂ ਜਿਹੜੀਆਂ ਨੇ ਇਹ ਗੈਰ ਵਿਗਿਆਨਕ ਨੇ। ਇਹ ਬੰਦਿਆਂ ਨੂੰ ਨਸ਼ਾ ਛਡਾਉਣ ਵੱਲ ਨਹੀਂ, ਨਸ਼ੇ ਵੱਲ ਪ੍ਰੇਰਿਤ ਕਰਨ ਦੀ ਗੱਲ ਹੈ। ਸੋ ਇਹ ਸਭ ਦਾ ਨਿਚੋੜ ਇਹੀ ਹੈ ਜੀ, ਜਦੋਂ ਤੱਕ ਤੁਸੀਂ ਇਹ ਸਾਰਾ ਗਿਆਨ ਤੁਹਾਨੂੰ ਕਿਤਾਬਾਂ ਤੋਂ ਮਿਲੇਗਾ, ਕਿਤਾਬਾਂ ਤੋਂ ਮਿਲੇਗਾ। ਤੁਸੀਂ ਕੋਸ਼ਿਸ਼ ਕਰੋ ਕਿ ਚੰਗੀ ਤੋਂ ਚੰਗੀ ਕਿਤਾਬ ਜਦੋਂ ਮਾਰਕੀਟ ਦੇ ਵਿੱਚ ਆਉਂਦੀ ਹੈ, ਜਾਂ ਤੁਸੀਂ ਉਹਨੂੰ ਸਮਝਦੇ ਹੋ ਕਿ ਮੈਂ ਪੜ੍ਹਨੀ ਹੈ, ਤੇ ਉਹ ਤੁਸੀਂ ਮਾਰਕੀਟ ਤੋਂ ਜਾ ਕੇ ਕਿਤਾਬ ਖਰੀਦ ਕੇ ਆਪ ਪੜ੍ਹੋ। ਆਪ ਪੜ੍ਹਨ ਤੋਂ ਬਾਅਦ ਦੂਸਰੇ ਨੂੰ ਵੀ ਪੜ੍ਹਾਓ, ਤਾਂ ਕਿ ਉਹਨੂੰ ਵੀ ਗਿਆਨ ਜਿਹੜਾ ਹਾਸਲ ਹੋਵੇ। ਇਹਦੇ ਨਾਲ ਹੀ ਸਾਡੀ ਜਿਹੜੀ ਸੋਚ ਤਬਦੀਲੀ ਆਏਗੀ, ਸਾਡੇ ਸੋਚਣ ਦਾ ਢੰਗ ਤਰੀਕਾ ਬਦਲੇਗਾ। ਸਾਨੂੰ ਦੁਨੀਆ ਪੱਧਰ ਦੀਆਂ ਜਿੰਨੀਆਂ ਵੀ ਹੁਣ ਤੱਕ ਦੀਆਂ ਗਤੀਵਿਧੀਆਂ ਨੇ ਉਹਨਾਂ ਦਾ ਪਤਾ ਲੱਗੇਗਾ। ਉਹਨਾਂ ਖੋਜਕਾਰਾਂ, ਉਹਨਾਂ ਵਿਗਿਆਨੀਆਂ, ਉਹਨਾਂ ਸਾਰਿਆਂ ਦੇ ਤਜਰਬੇ ਤੁਹਾਡੇ ਨਾਲ ਜਿਹੜੇ ਉਹ ਸਾਂਝੇ ਹੋਣਗੇ, ਤੇ ਤੁਸੀਂ ਗਿਆਨ ਦਾ ਭੰਡਾਰ ਜਿਹੜਾ ਉਹ ਵੰਡੋਗੇ। ਮੈਂ ਗੱਲ ਦੱਸਣਾ ਚਾਹਾਂਗੀ, ਜਿਹੜੇ ਆਪਣੇ ਅੰਬਾਨੀ ਨੇ ਉਹ ਅੱਜ ਤੱਕ ਬੁੱਕਸ ਪੜ੍ਹ ਰਹੇ ਨੇ। ਬਿਲਕੁਲ ਜੀ, ਤੇ ਜੇ ਉਹ ਸਫਲ ਹੋਏ ਨੇ ਤਾਂ ਬੁੱਕਸ ਪੜ੍ਹ ਕੇ ਸਫਲ ਹੋਏ ਜੀ। ਉਹ ਵੱਖਰੀ ਗੱਲ ਹੈ ਵੀ ਕਿਤਾਬਾਂ ਪੜ੍ਹ ਕੇ ਸਫਲ ਤੇ ਹੋ ਗਏ, ਪਰ ਉਹ ਆਪਣੀ ਸਫਲਤਾ ਦੇ ਸਹਾਰੇ ਦੁਨੀਆ ਨੂੰ ਲੁੱਟਣ ਦਾ ਠੇਕਾ ਉਹਨਾਂ ਲੈ ਲਿਆ। ਅਸੀਂ ਚਾਹੁੰਦੇ ਹਾਂ ਵੀ ਪੜ੍ਹੋ ਜ਼ਰੂਰ,
ਪਰ ਇਦਾਂ ਦਾ ਨਾ ਹੋਵੇ। ਮਨੁੱਖਤਾ ਦੀ ਭਲਾਈ ਲਈ ਯਤਨ ਕਰੋ। ਜੀ, ਅੱਜ ਬਿਲਕੁਲ। ਜ਼ਰੂਰਤ ਸੀ ਉਹਨਾਂ ਦੀ ਡਾਨੀਆਂ ਬਾਨੀਆਂ ਦੀ, ਬਿਲਕੁਲ ਅੱਜ ਆਪਣੇ ਭੰਡਾਰ ਖੋਲੇ ਛੱਡ ਦਿੰਦੇ। ਜੀ, ਅੱਜ ਕਹਿੰਦੇ ਵੀ ਮਨੁੱਖਤਾ ਨੂੰ ਬਚਾਉਣ ਵਾਸਤੇ ਅਸੀਂ ਆਹ ਜਿਹੜੇ ਭੰਡਾਰ ਖੋਲੇ ਨੇ। ਜੀ ਬਿਲਕੁਲ ਬਿਜ਼ਨਸ ਵੱਲ ਨਾ ਜਾਂਦੇ ਵੀ ਭਾਰਤ ਜਿਹੜਾ ਪਹਿਲੇ ਤੋਂ 9ਵੇਂ ਨੰਬਰ ਤੇ ਚਲ ਗਿਆ। ਅਡਾਨੀ ਵਰਗੇ ਚਿੰਤਾ ਮੁਕਤ ਜਿਹੜੇ ਹੋਏ ਨੇ, ਅਡਾਨੀ ਵਰਗੇ ਵੀ ਸਾਡਾ ਗ੍ਰਾਫ ਥੱਲੇ ਆ ਗਿਆ, ਜਾਂ ਅਡਾਨੀ ਜਿਹੜੇ ਮਰਨੀ ਹੈ ਇਹ ਦੇਸ਼ ਛੱਡ ਕੇ ਜਿਹੜਾ ਉਹ ਵਿਦੇਸ਼ੀ ਚਲ ਗਿਆ, ਯੂਕੇ ਜਾ ਵੜਿਆ। ਇਦਾਂ ਦੀਆਂ ਜਿਹੜੀਆਂ ਉਹ ਕਰਤੂਤਾਂ ਨਹੀਂ ਕਰਨੀ ਚਾਹੀਦੀਆਂ। ਇਹ ਮਨੁੱਖਤਾ ਨੂੰ ਪਿਆਰ ਕਰਨ ਵਾਲੀ ਗੱਲ ਨਹੀਂ ਹੈ, ਇਹ ਮਨੁੱਖਤਾ ਨੂੰ ਬਰਬਾਦ ਕਰਨ ਵਾਲੀ ਗੱਲ ਹੈ। ਪਹਿਲਾਂ ਲੁੱਟ ਲਿਆ, ਹੁਣ ਕੁੱਟ ਲਿਆ, ਤੇ ਫਿਰ ਪਤਾ ਨਹੀਂ ਕੀ ਕੀ ਇਹਨਾਂ ਕਰਨਾ। ਸੋ ਇਹਦੇ ਨਾਲ ਅਸੀਂ ਹੁਣ ਸਾਡਾ ਹਾਂਜੀ ਹੋਰ ਹਰਪ੍ਰੀਤ ਜੀ ਕੋਈ ਸਵਾਲ ਪੁੱਛਣਾ ਹੋਵੇ? ਜਾਣ ਦਾ ਵੇਲਾ ਹੋ ਗਿਆ। ਠੀਕ ਆ ਜੀ। ਗੱਲਾਂ ਤਾਂ ਇਸੇ ਤਰ੍ਹਾਂ ਸਾਡੀਆਂ ਚੱਲਦੀਆਂ ਰਹਿਣਗੀਆਂ ਜੀ। ਸੋ ਅਸੀਂ ਅੱਜ ਦਾ ਜਿਹੜਾ ਸਾਡਾ ਵਿਸ਼ਾ ਸੀ ਇਹ ਪੜਚੋਲ ਸੀ ਵੀ ਸਾਡੀਆਂ ਜਿਹੜੀਆਂ ਕਿਤਾਬਾਂ ਜਾਂ ਜਿਹੜੀਆਂ ਬੁੱਕਸ ਨੇ ਉਹ ਸਾਡੇ ਜੀਵਨ ਤੇ ਕਿੱਦਾਂ ਦਾ ਪ੍ਰਭਾਵ ਪਾਉਂਦੀਆਂ। ਸਾਡਾ ਇਹ ਪ੍ਰੋਗਰਾਮ ਤੁਹਾਨੂੰ ਕਿਵੇਂ ਦਾ ਲੱਗਾ? ਸਾਨੂੰ ਆਪਣੇ ਜਿਹੜੇ ਸੁਝਾਅ ਜ਼ਰੂਰ ਦਿੰਦੇ ਰਹੋ, ਜਿਹਦੇ ਨਾਲ ਸਾਡਾ ਹੌਸਲਾ ਵੱਧਦਾ ਰਹੇ। ਅਸੀਂ ਨਵੇਂ ਵਿਸ਼ੇ ਲੈ ਕੇ ਤੁਹਾਡੇ ਰੂਬਰੂ ਹੁੰਦੇ ਰਹਾਂਗੇ। ਸੋ ਸਮਾਂ ਹੋ ਗਿਆ, ਕੱਲ ਇਸੇ ਟਾਈਮ ਤੇ ਇਸੇ ਚੈਨਲ ਤੋਂ ਫਿਰ ਅਸੀਂ ਕੋਈ ਨਵਾਂ ਵਿਸ਼ਾ ਲੈ ਕੇ ਮੈਂ ਤੇ ਹਰਪ੍ਰੀਤ ਦੋਨੇ ਜਣੇ ਫਿਰ ਤੁਹਾਡੇ ਰੂਬਰੂ ਹੋਵਾਂਗੇ। ਉਦੋਂ ਤੱਕ ਸਾਨੂੰ ਦਿਓ ਇਜਾਜ਼ਤ। ਰੱਬ ਰੱਖਾ।